ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਆਖਦੇ ਹਾਂ ਜੀ ਜ਼ੂਮ ਦੇ ਰਾਹੀਂ ਜੁੜ ਬੈਠੀ ਗੁਰੂ ਦੀ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀ ਨੂੰ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ, ਹਰ ਬੁੱਧਵਾਰ ਮਾਨਯੋਗ ਵੀਰ MP ਸਿੰਘ ਜੀ ਸਾਡੇ ਨਾਲ ਗੁਰਸ਼ਬਦ ਵਿਚਾਰਾਂ ਸਾਂਝੀਆਂ ਕਰਦੇ ਨੇ। ਇਸ ਵਾਰ ਥੋੜਾ ਜਿਹਾ ਪ੍ਰੋਗਰਾਮ ਵਿੱਚ ਚੇਂਜ ਹੈ। ਜਿਸ ਤਰ੍ਹਾਂ ਕਿ ਮਾਨਯੋਗ ਵੀਰ ਹਰਜੀਤ ਸਿੰਘ ਜੀ ਸੋਮਵਾਰ ਨੂੰ ਸਾਡੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਨੇ। ਇਸ ਵਾਰ ਵੀਰ MP ਸਿੰਘ ਜੀ ਕਿਧਰੇ ਨਿੱਜੀ ਰੁਝੇ ਵਿੱਚ ਬਿਜ਼ੀ ਸਨ ਤੇ ਥੋੜਾ ਜਿਹਾ ਪ੍ਰੋਗਰਾਮ ਚੇਂਜ ਕੀਤਾ। ਅੱਜ ਮਾਨਯੋਗ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ, ਜਿਹੜਾ ਕਿ ਉਹਨਾਂ ਦਾ ਵਿਸ਼ਾ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕੇਤਕ ਸ਼ਬਦਾਂ ਦੀ ਜਿਹੜੇ ਵਿਚਾਰ ਹੈ ਉਸ ਨੂੰ ਕੇ ਕੰਟੀਨਿਊ ਕਰਨਗੇ। ਮੈਂ ਬੇਨਤੀ ਕਰਾਂਗਾ ਮਾਨਯੋਗ ਵੀਰ ਹਰਜੀਤ ਸਿੰਘ ਜੀ ਨੂੰ ਕਿ ਆਪ ਜੀ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਸੰਕੇਤਕ ਸ਼ਬਦ, ਉਹਨਾਂ ਦੀ ਵਰਤੋਂ ਕਿਸ ਸੈਂਸ ਵਿੱਚ ਕੀਤੀ ਗਈ, ਉਹਨਾਂ ਦੇ ਭਾਵ ਅਰਥ ਕੀ ਹਨ, ਕੁਝ ਵਿਚਾਰਾਂ ਆਪ ਜੀ ਦੇ ਨਾਲ ਲਗਾਤਾਰ ਮੈਂ ਕਾਫੀ ਸਮੇਂ ਤੋਂ ਸਾਂਝੀਆਂ ਕਰਦਾ ਆ ਰਿਹਾ ਹਾਂ। ਪਿਛਲੇ ਹਫ਼ਤੇ ਜੋ ਲਾਸਟ ਸ਼ਬਦ ਅਸੀਂ ਕੀਤਾ ਸੀ ਉਹ ਸੀ ਫੇਰੂ ਫੱਫੇ ਤੋਂ। ਅੱਜ ਉਸ ਤੋਂ ਅੱਗੇ ਬੱਬੇ ਤੋਂ ਅੱਖਰਾਂ ਦੇ ਜਿਹੜੇ ਸ਼ੁਰੂ ਹੁੰਦੇ ਨੇ ਉਹਨਾਂ ਦੀ ਵਿਚਾਰ ਅਸੀਂ ਸ਼ੁਰੂ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਸ਼ਬਦ ਹੈ ਵਿਸ਼ਿਸ਼ਟ। ਗੁਰਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵਿਸ਼ਿਸ਼ਟ ਸ਼ਬਦ ਦੇ ਇਸਤੇਮਾਲ ਵੀ ਕੀਤਾ ਗਿਆ ਹੈ। ਰਾਗ ਵਾਰਵੜ ਹੰਸ ਦੇ ਵਿੱਚ ਜੋ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ, ਪੰਨਾ 591 ਤੇ ਉਹਨਾਂ ਦੇ ਆਚਰਨ ਬਾਰੇ ਜੋ ਗੱਲ ਕੀਤੀ, ਗੁਰਮੁਖ ਜਨਕ ਹਰ ਨਾਮ ਲਿਵਲਾਈ, ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ। ਜਿਸ ਦਾ ਭਾਵ ਅਰਥ ਬੜਾ ਸਪਸ਼ਟ ਹੈ ਕਿ ਗੁਰੂ ਦੀ ਸ਼ਰਨ ਪੈ ਕੇ, ਗੁਰੂ ਤੋਂ ਸਿੱਖਿਆ ਲੈ ਕੇ ਜੀਵਨ ਨੂੰ ਕਮਾਇਆ ਵਿਸ਼ਿਸ਼ਟ ਨੇ, ਜਨਕ ਨੇ। ਉਹਨਾਂ ਦਾ ਜ਼ਿਕਰ ਇਸ ਵਾਸਤੇ ਤਾਂ ਆਇਆ। ਅਸਲ ਵਿੱਚ ਵਡਿਆਈ ਗੁਰੂ ਦੀ ਹੈ, ਵਡਿਆਈ ਗੁਰੂ ਦੀ ਕੀਤੀ ਜਾ ਰਹੀ ਹੈ। ਇਹ ਵਿਸ਼ਿਸ਼ਟ ਇੱਕ ਵੈਦਿਕ ਰਿਸ਼ੀ ਸੀ ਜਿਸ ਨੂੰ 7 ਮਹਾਰਿਸ਼ੀਆਂ ਜਾਂ 10 ਪ੍ਰਜਾਪਤੀਆਂ ਵਿੱਚ ਗਿਣਿਆ ਜਾਂਦਾ ਹੈ। ਇਸ ਦਾ ਜਨਮ ਅਸੀਂ ਪਿੱਛੇ ਵੀ ਵਿਚਾਰ ਕੀਤੀ ਸੀ ਵੀ ਮਿੱਤਰਾਵਰਨ ਦੇ ਵੀਰਜ ਤੋਂ ਅਪਸਰਾ ਉਰਵਸੀ ਦੇ ਘਰ ਵਿੱਚ ਹੋਇਆ। ਇਹ ਆਪਣੀ ਸਿਆਣਪ ਨਾਲ ਇਕਸ਼ਵਾਕੂ ਵੰਸ਼ ਦਾ ਪ੍ਰੋਧ ਬਣਿਆ ਤੇ ਰਾਮਚੰਦਰ ਜੀ ਦਾ ਗੁਰੂ ਬਣ ਕੇ ਉਹਨਾਂ ਨੂੰ ਧਰਮ ਵਿਦਿਆ ਦਿੰਦਾ ਰਿਹਾ, ਜੋ ਯੋਗ ਵਿਸ਼ਿਸ਼ਟ ਵਿੱਚ ਇਹ ਦਰਜ ਕੀਤੀ ਗਈ ਹੈ। ਵਿਸ਼ਵਾਮਿੱਤਰ ਇੱਕ ਖੱਤਰੀ ਰਿਸ਼ੀ ਸੀ ਜਿਸ ਨੇ ਆਪਣੇ ਜਪ ਰਾਹੀਂ ਤਪ ਰਾਹੀਂ ਬ੍ਰਾਹਮਣ ਦੀ ਪਦਵੀ ਪ੍ਰਾਪਤ ਕੀਤੀ। ਵਿਸ਼ਿਸ਼ਟ ਨੇ ਇਸ ਨੂੰ ਕਦੀ ਪਰਵਾਰ ਨਹੀਂ ਕੀਤਾ। ਵਿਸ਼ਿਸ਼ਟ ਰਿਸ਼ੀ ਨੇ ਇਹਨੂੰ ਕਦੀ ਪਰਵਾਰ ਨਹੀਂ ਕੀਤਾ ਵਿਸ਼ਵਾਮਿੱਤਰ ਨੂੰ। ਇਸ ਕਰਕੇ ਦੋਨਾਂ ਦਾ ਆਪਸ ਵਿੱਚ ਕਾਫੀ ਵਿਰੋਧ ਜਿਹੜਾ ਸੀ ਹੁੰਦਾ ਰਿਹਾ। ਵਿਰੋਧ ਦਾ ਜਿਹੜਾ ਰਿਜ਼ਲਟ ਸੀ ਉਹ ਇਹ ਨਿਕਲ ਗਿਆ ਕਿ ਵਿਸ਼ਿਸ਼ਟ ਦੇ 100 ਪੁੱਤਰ ਇੱਕ ਆਦਮਖੋਰ ਰਾਖਸ਼ ਦਾ ਸ਼ਿਕਾਰ ਹੋ ਗਏ। ਇਹ ਬਹੁਤ ਦੁਖੀ ਹੋਇਆ। ਇਹਨੇ ਕਈ ਤਰ੍ਹਾਂ ਆਪਣੇ ਆਪ ਨੂੰ ਸੁਸਾਈਡ, ਆਤਮਘਾਤ ਕਰਨ ਦਾ ਯਤਨ ਵੀ ਕੀਤੇ, ਪਰ ਇਹਨੂੰ ਸਫਲਤਾ ਨਾ ਮਿਲੀ। ਅਖੀਰ ਫਿਰ ਆਪਣੇ ਆਸ਼ਰਮ ਵਿੱਚ ਵਾਪਸ ਆ ਗਿਆ। ਵਿਸ਼ਿਸ਼ਟ ਵਾਸ ਇੱਕ ਨੰਦਨੀ ਨਾਮ ਦੀ ਗਾਂ ਸੀ, ਗਊ ਜਿਹਨੂੰ ਕਹਿੰਦੇ ਨੇ। ਜਿਵੇਂ ਕਿਵੇਂ ਵਿਸ਼ਵਾਮਿੱਤਰ ਉਹਨੂੰ ਲੈਣਾ ਚਾਹੁੰਦਾ ਸੀ, ਉਹਨੇ ਕਈ ਯਤਨ ਕੀਤੇ, ਪਰ ਵਿਸ਼ਿਸ਼ਟ ਦੇ ਅੱਗੇ ਉਹਦੇ ਨਾਲ ਜਿਹੜਾ ਸੀ ਵਿਸ਼ਵਾਮਿੱਤਰ ਦਾ ਕੋਈ ਜ਼ੋਰ ਨਹੀਂ ਚੱਲ ਸਕਿਆ। ਤੇ ਉਹ ਉਦਾਸ ਹੋ ਕੇ ਫਿਰ ਹਿਮਾਲਿਆ ਦੇ ਪਰਬਤ ਦੇ ਉੱਤੇ ਜਾ ਕੇ ਤਪ ਕਰਨ ਲੱਗ ਪਿਆ।
ਪਿੱਛੋਂ ਜਾ ਕੇ ਦੋਨਾਂ ਰਿਸ਼ੀਆਂ ਦੀ ਸਲਾਹ ਵੀ ਹੋ ਗਈ, ਸੁਲ੍ਹਾ ਵੀ ਮੰਨੀ ਜਾਂਦੀ ਹੈ। ਤੋ ਵਿਸ਼ਿਸ਼ਟ ਸ਼ਬਦ ਦੇ ਇਸਤੇਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਕੀਤਾ ਗਿਆ, ਵਾਰ ਹੰਸ ਦੇ ਵਿੱਚ ਜੋ ਰਾਮਦਾਸ ਜੀ ਦੇ ਉਹਨਾਂ ਨੇ ਕੀਤਾ। ਅੱਗੇ ਹੈ ਬਸੰਤ ਜਾਂ ਬਸਤ। ਇਹ ਇੱਕ ਰਾਗ ਹੈ ਜਿਸ ਦੇ ਵਿੱਚ ਇਹ ਹਿੰਡੋਲ ਤੇ ਮਾਲਕੋਸ ਦਾ ਦੋਨਾਂ ਨੂੰ ਮਿਲ ਕੇ ਰਾਗ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਬਸੰਤ ਹਿੰਡੋਲ ਲਿਖਿਆ ਹੋਇਆ ਮਿਲਦਾ ਹੈ ਸਾਨੂੰ। ਇਹਦਾ ਗਾਉਣ ਦਾ ਸਮਾਂ ਰਾਤ ਦਾ ਹੈ। ਆਮ ਤੌਰ ਤੇ ਇਸ ਨੂੰ ਬਸੰਤ ਰੁੱਤ ਦੇ ਮਹੀਨਿਆਂ ਦੇ ਵਿੱਚ ਜੋ ਅੱਜ ਕੱਲ੍ਹ ਹੈ ਉਹ ਗਾਇਆ ਜਾਂਦਾ ਹੈ, ਜਿਹਨੂੰ ਅਸੀਂ ਫੱਗਣ ਚੇਤ ਦੇ ਮਹੀਨੇ ਵੀ ਕਹਿ ਦਿੰਦੇ ਹਾਂ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗਾਂ ਦੀ ਤਰਤੀਬ ਅਨੁਸਾਰ 24ਵੇਂ ਥਾਂ ਦੇ ਉੱਤੇ ਦਰਜ ਹੈ। ਹਿੰਡੋਲ ਨਾਲ ਮਿਲਾ ਕੇ ਇਸ ਨੂੰ ਲਿਖਿਆ ਗਿਆ ਹੈ, ਗਾਇਆ ਗਿਆ ਹੈ। ਹਿੰਡੋਲ ਕਲਿਆਣਦਾਰ ਦਾ ਇੱਕ ਔੜਵ ਰਾਗ ਹੈ। ਇਸ ਦੇ ਵਿੱਚ ਦਾ ਤੇ ਗਾ ਇਹ ਸਵਾਦੀ ਹਨ, ਰੇ ਤੇ ਪਾ ਜਿਹੜੇ ਆ ਉਹ ਨਹੀਂ ਲੱਗਦੇ ਜਿਹੜੇ ਹਿੰਡੋਲ ਦੇ ਵਿੱਚ। ਤੋ ਇਹ ਇੱਕ ਰਾਗ ਹੈ ਜਿਹਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇੱਕ ਸ਼ਬਦ ਆਉਂਦਾ ਹੈ ਬਦਕ ਉਧਾਰਿਓ ਖੰਮ ਪ੍ਰਹਾਰ, ਬਸੰਤ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ। ਇਹ ਬਦਕ ਕੀ ਹੈ? ਬਦਕ ਦਾ ਅਰਥ ਹੁੰਦਾ ਸ਼ਿਕਾਰੀ। ਸ਼ਿਕਾਰ ਦੇ ਭੁਲੇਖੇ ਜੰਗਲ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਪੈਰਾਂ ਤੇ ਤੀਰ ਮਾਰਨ ਵਾਲਾ ਬਦਕ ਹਿੰਦੂ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ। ਜਦੋਂ ਸ਼੍ਰੀ ਕ੍ਰਿਸ਼ਨ ਜੀ ਦੇ ਕੁਲ ਦੇ ਸਾਰੇ ਯਾਦਵ ਪ੍ਰਭਾਸ ਖੇਤਰ ਦੇ ਵਿੱਚ ਸ਼ਰਾਬ ਪੀ ਕੇ ਆਪਸ ਵਿੱਚ ਲੜ ਪਏ ਤਾਂ ਕ੍ਰਿਸ਼ਨ ਜੀ ਉਦਾਸ ਹੋ ਕੇ ਨੇੜੇ ਦੇ ਜੰਗਲਾਂ 'ਚ ਲੰਮੇ ਪੈ ਗਏ। ਸੋਚਣ ਵਾਲੀ ਗੱਲ ਇਹ ਹੈ ਵੀ ਇਹ ਧਰਮ ਮਤ ਵਿੱਚ ਸ਼ਰਾਬ ਪੀਣੀ ਆਮ ਗੱਲ ਮੰਨੀ ਜਾਂਦੀ ਹੈ, ਆਮ ਪੀਂਦੇ ਨੇ ਰਿਸ਼ੀ ਵੀ ਤੇ ਦੂਜੇ ਵੀ, ਸ਼ਰਾਬ ਦਾ ਜ਼ਿਕਰ ਆਉਂਦਾ ਹੀ ਰਹਿੰਦਾ। ਪਰ ਉਸ ਤੋਂ ਵੀ ਵੱਡੀ ਗੱਲ ਵੀ ਕ੍ਰਿਸ਼ਨ ਜੀ ਦਾ ਉਦਾਸ ਹੋ ਜਾਣਾ, ਇਹ ਉਸ ਤੋਂ ਵੀ ਹੋਰ ਵੱਡੀ ਗੱਲ ਹੈ। ਇੱਕ ਭਗਤ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੋਵੇ ਉਹਦੇ ਜੀਵਨ 'ਚ ਉਦਾਸੀ ਆਉਣੀ ਨਾਮੁਮਕਿਨ ਜੀ ਬਾਤ ਹੁੰਦੀ ਹੈ। ਖੈਰ, ਸ਼ਿਕਾਰੀ ਦੇ ਹਿਰੇ ਦਾ ਇੱਕ ਸ਼ਿਕਾਰ ਕਰਦਿਆਂ ਬਦਕ ਸ਼ਿਕਾਰ ਜਿਹਦਾ ਨਾਂ ਹੈ, ਉਹ ਤੀਰ ਮਾਰਿਆ ਜੋ ਕ੍ਰਿਸ਼ਨ ਜੀ ਦੇ ਪੈਰ ਤੇ ਲੱਗ ਗਿਆ। ਕ੍ਰਿਸ਼ਨ ਜੀ ਦਾ ਜਦੋਂ ਪੈਰ ਤੇ ਤੀਰ ਵੱਜਦਾ ਤੇ ਇਹ ਬਦਕ ਬੜਾ ਪਛਤਾਉਂਦਾ ਹੈ, ਪਰ ਕ੍ਰਿਸ਼ਨ ਜੀ ਨੇ ਉਹਨੂੰ ਮਾਫ ਕਰ ਦਿੱਤਾ, ਬਖਸ਼ ਦਿੱਤਾ ਤੇ ਇਹ ਕਹਿ ਲਓ ਮੁਕਤੀ ਪ੍ਰਦਾਨ ਕਰ ਦਿੱਤੀ। ਬਸ ਬਦਕ ਉਧਾਰਿਓ ਖੰਮ ਪ੍ਰਹਾਰ ਦਾ ਮਤਲਬ ਹੈ ਵੀ ਉਹਨੂੰ ਪਾਰ ਉਤਾਰਾ ਕੀਤਾ, ਉਹਨੂੰ ਮਾਫੀ ਦੇ ਕੇ ਮਾਫ ਕਰਨ ਤੋਂ ਬਾਅਦ ਉਹਨੂੰ ਮਾਫੀਨਾਮਾ ਜਿਹੜਾ ਸੀ ਉਹ ਦੇ ਦਿੱਤਾ। ਇਹਦਾ ਇੰਨਾ ਕੁ ਜ਼ਿਕਰ ਹੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦਾ ਹੈ। ਇਸ ਤੋਂ ਅੱਗੇ ਲਫ਼ਜ਼ ਆਉਂਦਾ ਭਵੀਖਨ, ਜਿਹਨੂੰ ਭਵੀਖਨ ਵੀ ਕਹਿੰਦੇ ਨੇ। ਇਹ ਰਾਵਣ ਦਾ ਜਿਹੜਾ ਛੋਟਾ ਭਰਾ ਸੀ, ਜਿਹਨੇ ਇਹ ਜੇ ਭਗਤ ਨਾਮਦੇਵ ਜੀ ਜਦੋਂ ਸੋਠ ਰਾਗ ਦਾ ਸ਼ਬਦ ਲਿਖਦੇ ਨੇ, ਨਾਮੇ ਕੇ ਸੁਆਮੀ ਸੀ ਬਹੋਰੀ ਲੰਘ ਭਵੀਖਨ ਆਪਿਓ ਹੋਏ, ਉਹਦੇ ਵਿੱਚ ਇਹ ਭਵੀਖਨ ਦਾ ਲਫ਼ਜ਼ ਇਸਤੇਮਾਲ ਕੀਤਾ ਗਿਆ। ਇਹ ਛੋਟਾ ਭਰਾ ਚੰਗੇ ਸੁਭਾਅ ਦਾ ਸੀ, ਨੇਕ ਇਨਸਾਨ ਵੀ ਸੀ। ਰਾਵਣ ਨੂੰ ਬੜਾ ਸਮਝਾਇਆ ਵੀ ਤੂੰ ਸੀਤਾ ਚੁੱਕ ਕੇ ਲੈ ਆਂਦੀ ਹੈ ਤੇ ਸੀਤਾ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ, ਰਾਮ ਦੇ ਹਵਾਲੇ ਕਰਦੇ, ਪਰ ਰਾਵਣ ਨਹੀਂ ਮੰਨਿਆ। ਲੜਾਈ ਦੇ ਵੇਲੇ ਜਿਹੜੇ ਭਵੀਖਨ ਸੀ ਇਹ ਫਿਰ ਰਾਮਚੰਦਰ ਜੀ ਦੇ ਪੱਖ ਵਿੱਚ ਹੋ ਗਿਆ ਤੇ ਰਾਵਣ ਦੇ ਅੰਦਰਲੇ ਸਾਰੇ ਭੇਦ ਜਾ ਕੇ ਦੱਸ ਦਿੱਤੇ। ਇਹਨੇ ਰਾਵਣ ਨੂੰ ਮਾਰਨ ਦਾ ਭੇਦ ਵੀ ਦੱਸਿਆ ਕਿ ਰਾਵਣ ਦੇ ਹਿਰਦੇ ਦੇ ਵਿੱਚ ਅੰਮ੍ਰਿਤ ਕੁੰਡ ਚੱਲਦਾ ਹੈ, ਜਿਸ ਕਰਕੇ ਦੇ ਵੱਡੇ ਕੱਟੇ ਅੰਗ ਮੁੜ ਕੇ ਫਿਰ ਜੁੜ ਜਾਂਦੇ ਹਨ। ਉਸ ਕੁੰਡ ਦੇ ਸੁੱਕਣ ਤੋਂ ਹੀ ਰਾਵਣ ਮਰ ਸਕੇਗਾ, ਅਦਰਵਾਈਜ਼ ਰਾਵਣ ਨੂੰ ਤੂੰ ਮਾਰ ਨਹੀਂ ਸਕਦਾ। ਰਾਮਚੰਦਰ ਨੇ ਫਿਰ ਅਗਨੀ ਬਾਣ ਮਾਰ ਕੇ ਰਾਵਣ ਦਾ ਅੰਮ੍ਰਿਤ ਕੁੰਡ ਜਿਹੜਾ ਸੀ ਸੁਕਾਇਆ ਤੇ ਉਹ ਰਾਮ ਬਾਣ ਦੇ ਨਾਲ ਫਿਰ ਢੇਰੀ ਹੋ ਗਿਆ। ਰਾਮ ਦੇ ਤੀਰ ਦੇ ਨਾਲ, ਰਾਮਚੰਦਰ ਜੀ ਦੇ ਤੀਰ ਦੇ ਨਾਲ ਉਹ ਢੇਰੀ ਹੋ ਗਿਆ। ਲੰਕਾ ਫਤਿਹ ਹੋਣ ਤੋਂ ਬਾਅਦ ਰਾਮਚੰਦਰ ਜੀ ਨੇ ਗੱਦੀ ਭਵੀਖਨ ਨੂੰ ਦੇ ਦਿੱਤੀ ਤੇ ਉਹਦਾ ਹੀ ਜ਼ਿਕਰ ਹੈ ਵੀ ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਭਵੀਖਨ ਆਪਿਓ।
ਵਿਭੀਖਣ ਲੰਕਾ ਦਾ ਰਾਜ ਜਿਹੜਾ ਸੀ ਵਿਭੀਖਣ ਨੂੰ ਮਿਲ ਗਿਆ। ਉਹ ਇਹ ਜ਼ਿਕਰ ਵਿਭੀਖਣ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਅੱਗੇ ਆਪਾਂ ਸ਼ਬਦ ਵਰਤਦੇ ਹਾਂ ਬ੍ਰਹਿਮੰਡ। ਬ੍ਰਹਿਮੰਡ ਲਫ਼ਜ਼ ਬਹੁਤ ਵਾਰੀ ਅਸੀਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ। ਬ੍ਰਹਿਮੰਡ ਦੇ ਅਰਥ ਹਨ ਬ੍ਰਹਮ ਦਾ ਅੰਡਾ, ਅਰਥਾਤ ਗੋਲ ਪ੍ਰਿਥਵੀ, ਗੋਲ ਧਰਤੀ। ਮਨੂ ਸਿਮਰਤੀ ਤੇ ਪੁਰਾਣਾਂ ਦੇ ਵਿੱਚ ਕਥਾ ਹੁੰਦੀ ਹੈ ਕਿ ਜਗਤ ਦੇ ਸੰਸਾਰ ਦੀ ਰਚਨਾ ਤੋਂ ਪਹਿਲਾਂ ਇੱਕ ਸੋਨੇ ਰੰਗ ਦਾ ਆਂਡਾ ਪੈਦਾ ਹੋਇਆ, ਜੋ ਹਜ਼ਾਰਾਂ ਸਾਲਾਂ ਤੋਂ ਬਾਅਦ ਚ ਫੁੱਟ ਕੇ ਟੋਟੇ ਹੋ ਗਿਆ, ਜਿਹਦੇ ਉੱਪਰਲੇ 7 ਟੋਟੇ ਜਿਹੜੇ ਸਨ ਤੇ ਹੇਠਲੇ ਜਿਹਦੇ ਉੱਪਰਲੇ ਜਿਸ ਤੇ 7 ਉੱਪਰਲੇ ਤੇ 7 ਹੇਠਲੇ ਲੋਕ ਜਿਹੜੇ ਸੀ ਉਹ ਬਣ ਗਏ। 7 ਆਕਾਸ਼ 7 ਪਤਾਲ ਜਿਹਨਾਂ ਨੂੰ ਇਹ ਕਹਿੰਦੇ ਹਨ। ਤੇ ਜਿਹੜੇ 7 ਆਕਾਸ਼ ਨੇ ਉਹਨਾਂ ਵਿੱਚ ਭੂਰ, ਭੂਵਰ, ਸਵਰ, ਮਹਿਰ, ਜਨ, ਤਾਪ 7 ਤੇ 7 ਪਤਾਲ ਹਨ। ਜਿਹੜੇ ਪਤਾਲ ਹਨ ਉਹ ਹਨ ਅਤਲ, ਬਿਤਲ, ਸੁਤਲ, ਤਲਾਤਲ, ਰਸਾਤਲ, ਮਹਾਤਲ, ਪਤਾਲ, ਜਿਹਨੂੰ ਧਰਤੀ ਵੀ ਕਿਹਾ ਜਾਂਦਾ ਹੈ। ਕਹਿੰਦੇ ਨੇ ਧਰਤੀ ਦਾ ਚੌਥਾ ਹਿੱਸਾ ਖੁਸ਼ਕ ਹੈ ਤੇ ਬਾਕੀ ਪਾਣੀ ਹੈ, ਜੋ ਮਹਾਨ ਕੋਸ਼ਾਂ ਦੇ ਵਿੱਚ ਲਿਖਿਆ ਹੋਇਆ ਹੈ। ਇਹ ਸਾਰਾ ਖੇਤਰ ਜਿਹੜਾ ਧਰਤੀ ਦਾ 19 ਕਰੋੜ 70 ਲੱਖ ਵਰਗ ਮੀਲ ਦੇ ਕਰੀਬ ਬਣਦਾ ਹੈ। ਜਿਹੜਾ ਧਰਤੀ ਦਾ ਸਾਰਾ ਖੇਤਰ ਜਿਹੜਾ ਹੈ ਉਹ 19 ਕਰੋੜ 70 ਲੱਖ ਵਰਗ ਮੀਲ ਦੇ ਕਰੀਬ ਬਣਦਾ ਹੈ। ਇਹ 7 ਸਮੁੰਦਰਾਂ ਦੇ ਨਾਲ ਘਿਰੇ ਹੋਏ 7 ਦੀਪਾਂ ਦੇ ਵਿੱਚ ਇਹ ਦੀਪਾ ਹੈ। ਤੇ 7 ਦੀਪ ਜਿਹੜੇ ਹਨ ਉਹ ਜੰਬੂ, ਪਲਖ, ਸ਼ਾਲਮਲੀ, ਕੁੱਸੂ, ਕਰੋਚ, ਸ਼ਾਕ ਤੇ ਪੁਸ਼ਕਰ। ਨਵੇਂ ਜਿਹੜੇ ਸਾਇੰਟਿਸਟ ਹਨ, ਨਵੇਂ ਵਿਗਿਆਨੀ ਹਨ, ਉਹ ਏਸ਼ੀਆ, ਯੂਰਪ, ਉੱਤਰੀ ਅਮਰੀਕਾ, ਨਾਰਥ ਅਮਰੀਕਾ, ਦੱਖਣੀ ਅਮਰੀਕਾ, ਅਫਰੀਕਾ, ਆਸਟ੍ਰੇਲੀਆ ਤੇ ਧਰੁਵਾਂ ਦੇ ਲਾਗੇ ਬਰਫ਼ਾਂ ਨਾਲ ਢਕੇ ਹੋਏ ਹਿੱਸੇ, ਇਹ 7 ਭਾਗ ਕਹਿੰਦੇ ਹਨ। ਉਹਨਾਂ ਨੂੰ ਇਹ 7ਵਾਂ ਭਾਗ ਕਹਿੰਦੇ ਹਨ। ਗੁਰਬਾਣੀ ਨੇ ਇਸ ਤੋਂ ਉੱਤੇ ਉੱਠ ਕੇ ਨਾ 7 ਆਕਾਸ਼ਾਂ ਦੀ ਪਤਾਲ ਕੀਤੀ, ਨਾ 7 ਪਤਾਲਾਂ ਦੀ ਗੱਲ ਕੀਤੀ। ਸਤਿਗੁਰ ਤਾਂ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਕਰੋੜਾਂ ਹੀ ਬ੍ਰਹਿਮੰਡ ਤੇ ਕਰੋੜਾਂ ਹੀ ਖੰਡ ਹਨ। ਇਹ 7, ਇਹਦੀ ਗਿਣਤੀ 14 ਕਰ ਦੇਣੀ ਪਰਮਾਤਮਾ ਦੀ ਵਡਿਆਈ ਨਹੀਂ ਹੈ। ਸਤਿਗੁਰ ਨੇ ਕਰੋੜਾਂ ਬ੍ਰਹਿਮੰਡਾਂ ਦੀ ਗੱਲ ਕੀਤੀ ਹੈ। ਜਿਵੇਂ ਧਰਤੀ ਹੋਰ ਪਰੇ ਹੋਰ ਜਪ ਦੀ ਬਾਣੀ ਚ ਅਸੀਂ ਪੜ੍ਹਦੇ ਹਾਂ, ਕਿੰਨੇ ਸੂਰਜ, ਕਿੰਨੇ ਚੰਦਰਮਾ ਦੀ ਗੱਲ ਅਸੀਂ ਪੜ੍ਹਦੇ ਹਾਂ, ਕਿੰਨੇ ਚੰਦਰਮਾ, ਕਿੰਨੇ ਸੂਰਜ ਪਰਿਕਰਮਾ ਕਰਦੇ ਅਸੀਂ ਸੁਣਦੇ ਪੜ੍ਹਦੇ ਹਾਂ ਗੁਰਬਾਣੀ ਵਿੱਚ। ਇਸੇ ਤਰ੍ਹਾਂ ਸਤਿਗੁਰੂ ਜੀ ਨੇ 14 ਬ੍ਰਹਿਮੰਡਾਂ ਦੀ ਗੱਲ ਸਿਰਫ 14 ਤੱਕ ਸੀਮਿਤ ਨਹੀਂ ਕੀਤੀ, 7 ਆਕਾਸ਼ 7 ਪਤਾਲਾਂ ਦੀ ਗੱਲ ਤੱਕ ਸੀਮਿਤ ਨਹੀਂ ਰੱਖਿਆ। ਇਸ ਤੋਂ ਉੱਪਰ ਉੱਠ ਕੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਗੁਰੂ ਅਰਜਨ ਦੇਵ ਮਹਾਰਾਜ ਸੋਠ ਰਾਗ ਵਿੱਚ 612 ਅੰਕ ਤੇ ਇਹ ਗੱਲ ਲਿਖ ਕੇ ਇਹ ਗੱਲ ਸਾਬਤ ਕਰਦੇ ਹਨ ਕਿ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। 14 ਦਾ ਕੀ, ਕਈ ਕਰੋੜਾਂ ਤੋਂ ਵੀ ਉੱਪਰ ਹਨ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬ੍ਰਹਮਾ, ਇਹ ਹਿੰਦੂ ਮਤ ਦੇ ਵਿੱਚ 3 ਮੁੱਖ ਦੇਵਤਿਆਂ ਦੇ ਵਿੱਚੋਂ ਮੰਨਿਆ ਜਾਂਦਾ ਹੈ। ਬ੍ਰਹਮਾ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵੀ ਕਿਹਾ ਜਾਂਦਾ ਹੈ ਤੇ ਸ੍ਰਿਸ਼ਟੀ ਦਾ ਰਚਨਹਾਰਾ ਵੀ ਮੰਨਿਆ ਜਾਂਦਾ ਹੈ। ਜਿਹੜੀ ਪੁਰਾਣੀ ਕਹਾਣੀ ਹੈ ਜਾਂ ਪੁਰਾਤਨ ਕਥਾ ਜਿਹੜੀ ਹੈ ਉਹ ਹੈ ਵੀ ਇਹਦਾ ਜਨਮ ਸਮੁੰਦਰ ਦੇ ਵਿੱਚ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਵਿਰਾਜਮਾਨ ਹੋਏ ਵਿਸ਼ਨੂੰ ਦੀ ਧੁਨੀ ਦੇ ਵਿੱਚੋਂ ਪੈਦਾ ਹੋਏ ਕਮਲ ਦੇ ਫੁੱਲ ਦੇ ਵਿੱਚੋਂ ਹੋਇਆ। ਨਾਮੁਮਕਿਨ ਦੀਆਂ ਗੱਲਾਂ ਨੂੰ ਅਸੀਂ ਅੱਜ ਜਿਹੜੀਆਂ ਇਹਨਾਂ ਦੇ ਨਾਲ ਸੰਬੰਧ ਰੱਖਦੀਆਂ ਹਨ, ਸਿਰਫ ਗੁਰਬਾਣੀ ਵਿੱਚ ਸ਼ਬਦ ਆਉਣ ਕਰਕੇ ਸਾਨੂੰ ਉਹਨਾਂ ਦੇ ਵਿਚਾਰ ਆਪਾਂ ਅੱਜ ਕਰ ਰਹੇ ਹਾਂ। ਬ੍ਰਹਮਾ ਨੂੰ ਇਹ ਵਿਸ਼ਵਾਸ ਹੀ ਨਾ ਹੋਇਆ ਕਿ ਇਹ ਉਹਦੇ ਜਨਮ ਨਿੱਕੇ ਫੁੱਲ ਤੋਂ ਵੀ ਹੋ ਸਕਦਾ ਹੈ। ਇਸ ਲਈ ਉਹਨੇ ਲੱਤ ਮਾਰੀ ਤੇ ਉਸੇ ਕਮਲ ਦੀ ਨਾਲੀ ਵਿੱਚ ਇਹ ਕਹਿੰਦੇ ਨੇ 36 ਯੁੱਗ ਘੁੰਮਦਾ ਰਿਹਾ। ਬ੍ਰਹਮਾ ਦਾ ਰੰਗ ਲਾਲ, 4 ਮੂੰਹ ਤੇ 4 ਬਾਹਾਂ ਦੱਸੀਆਂ ਜਾਂਦੀਆਂ ਸਨ। 4 ਮੁੱਖ ਤੇ 4 ਵੇਦਾਂ ਦੀ ਸਿਰਜਣਾ ਹੋਈ ਮੰਨੀ ਜਾਂਦੀ ਹੈ।
ਇਹ ਹੰਸ ਦੀ ਸਵਾਰੀ ਕਰਦਾ ਸੀ। ਸਨਕ, ਸਨੰਦਰ, ਸਨਾਤਨ, ਸੰਤ ਚਾਰ ਇਸ ਦੇ ਮਾਨਸਿਕ ਪੁੱਤਰ ਮੰਨੇ ਜਾਂਦੇ ਹਨ। ਸਰਸਵਤੀ ਤੇ ਤਿਲੋਤਮਾ ਦੋ ਪੁੱਤਰੀਆਂ ਇਹਦੀਆਂ ਮੰਨੀਆਂ ਜਾਂਦੀਆਂ ਹਨ। ਯਜੁਰਵੇਦ ਵਿੱਚ ਵੀ ਇਹ ਵੀ ਗੱਲ ਕਹੀ ਗਈ ਹੈ ਕਿ ਬ੍ਰਹਮਾ ਦੇ ਮੁਖ ਤੋਂ ਬ੍ਰਾਹਮਣ, ਬਾਹਾਂ ਤੋਂ ਛਤਰੀ, ਪੱਟਾਂ ਤੋਂ ਵੈਸ਼ ਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ। ਬ੍ਰਹਮਾ ਦੀ ਯਾਦ ਵਿੱਚ ਇੱਕ ਮੰਦਿਰ ਪੁਸ਼ਕਰ ਦੇ ਵਿੱਚ ਪੁਸ਼ਕਰ ਦੇ ਵਿੱਚ ਹੈ, ਜਿਹੜਾ ਇੱਕ ਮੰਦਿਰ ਬਣਿਆ ਹੋਇਆ। ਗੁਜਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਗੱਲ ਕਰਦੇ ਹਨ ਤਾਂ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੇ ਮੁਖ ਕੰਠ ਸਵਾਰ, ਅੰਤ ਕੋ ਤਾਂ ਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹੇ ਗੁਬਾਰ। ਇਹ ਸਤਿਗੁਰੂ ਜੀ ਨੇ ਪਾਵਨ ਬਚਨ 486 ਅੰਕ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਦਰਜ ਕੀਤੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇਹ ਬਚਨ ਹਨ। ਉਹ ਕਹਾਣੀ ਨੂੰ ਗੁਰੂ ਪਾਤਸ਼ਾਹ ਜੀ ਨੇ ਲਿਖਿਆ ਕਿ ਕਿਵੇਂ ਇਹ ਗੱਲ ਕਹੀ ਜਾਂਦੀ ਹੈ ਕਿ ਬ੍ਰਹਮਾ ਦਾ ਜਨਮ ਉੱਥੋਂ ਹੋਇਆ, ਬ੍ਰਹਮਾ ਦਾ ਜਨਮ ਇੱਥੇ ਜਾ ਕੇ ਹੋਇਆ। ਇਹ ਗੱਲ ਕਿਵੇਂ ਲਿਖੀ ਜਾਂਦੀ ਹੈ, ਕਹਾਣੀਆਂ ਜਿਹੜੀਆਂ ਨੇ। ਹੁਣ ਇਹ ਕਹਾਣੀਆਂ ਅਸਲ 'ਚ ਸਵਾਰਥੀ ਲੋਕਾਂ ਵੱਲੋਂ ਘੜੀਆਂ ਹੋਈਆਂ ਹਨ। ਭਗਤ ਨਾਮਦੇਵ ਜੀ ਦੇ ਜਿਹੜੀ ਅਸੀਂ ਗੱਲ ਕਰੀਏ, ਉਹਨਾਂ ਦੀ ਰਚਨਾ ਦੀ ਗੱਲ ਕਰੀਏ ਤਾਂ ਉੱਥੇ ਸਾਨੂੰ ਗੱਲ ਜਿਹੜੀ ਹੈ ਉਹ ਸਮਝ ਆ ਜਾਂਦੀ ਹੈ ਵੀ ਇਹ ਕੀ ਚੱਕਰ ਹੈ, ਕੀ ਕਹਾਣੀ ਹੈ, ਕੀ ਗੱਲਬਾਤ ਹੈ। ਸਾਰੀ ਸਾਨੂੰ ਚੱਕਰ ਸਮਝ ਆ ਜਾਂਦਾ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਾਨੂੰ ਲਿਖੀ ਜਾਂ ਸਾਨੂੰ ਗੱਲ ਸਮਝਾਈ, ਉਹ ਬੜੀ ਵਧੀਆ ਹੈ। ਸਤਿਗੁਰ ਮਹਾਰਾਜ ਨੇ ਕਿਹਾ ਜਨਮ ਦੇਣ ਵਾਲਾ ਵੀ ਪ੍ਰਮਾਤਮਾ ਹੈ, ਰਿਜ਼ਕ ਦੇਣ ਵਾਲਾ ਵੀ ਪ੍ਰਮਾਤਮਾ ਹੈ, ਔਰ ਸ੍ਰਿਸ਼ਟੀ ਦਾ ਸੰਘਾਰ ਕਰਨ ਵਾਲਾ ਵੀ ਪ੍ਰਮਾਤਮਾ ਹੈ। ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਤ ਲੋਕ ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿੱਚ ਨਿਤ ਪੜ੍ਹਦੇ ਹਨ। ਆ ਜਿਹੜੇ ਵੇਦ ਪੜ੍ਹੇ ਮੁਖਕੰਠ ਸਵਾਰ, ਜਿਹੜੀ ਨਾਭ ਕਮਲ ਤੇ ਬ੍ਰਹਮਾ ਚਿੱਬੇ, ਜਿਹੜੀ ਨਾਭੀ ਦੇ ਕਮਲ ਵਿੱਚੋਂ ਬ੍ਰਹਮਾ ਪੈਦਾ ਹੋਇਆ, ਤੇ ਵੇਦ ਪੜ੍ਹੇ ਮੁਖਕੰਠ ਸਵਾਰ ਵੀ ਪੰਡਤ ਲੋਕ ਜਿਹੜੇ ਹਨ ਉਹ ਕੰਠ ਮਤਲਬ ਮਿੱਠੀ ਆਵਾਜ਼ ਦੇ ਨਾਲ ਉਹਨਾਂ ਵੇਦਾਂ ਨੂੰ ਪੜ੍ਹਦੇ ਹਨ। ਉਹ ਬ੍ਰਹਮਾ ਵਿਸ਼ਨੂੰ ਦੀ ਧੁਨੀ ਵਿੱਚੋਂ ਉੱਗੇ ਹੋਏ ਕੌਲ ਤੋਂ ਜੰਮਿਆ, ਅੰਤ ਤਾਂ ਕੋ ਅੰਤ ਨਾ ਜਾਈ ਲਖਣਾ, ਤੇ ਆਪਣੇ ਜਨਮਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਸਨੇ ਤੁਰਦਾ ਫਿਰਦਾ ਰਿਹਾ, ਚੱਲਦਾ ਫਿਰਦਾ ਰਿਹਾ, ਪਰ ਕਈ ਯੁੱਗ ਉਹਦੇ ਨਾਲ ਹਨੇਰੇ ਵਿੱਚ ਹੀ ਆਉਂਦਾ ਜਾਂਦਾ ਰਿਹਾ, ਪਰ ਉਹਦਾ ਅੰਤ ਨਾ ਲੱਭ ਸਕਿਆ। ਇਹ ਜੇ ਤਾਂ ਕੋ ਅੰਤ ਨਾ ਜਾਈ ਲਖਣਾ ਮਤਲਬ ਪ੍ਰਮਾਤਮਾ ਦੇ ਅੰਤ ਨੂੰ ਪਾ ਲੈਣਾ ਸੰਭਵ ਨਹੀਂ ਹੈ, ਨਾ ਹੀ ਪ੍ਰਮਾਤਮਾ ਦੇ ਅੰਤ ਨੂੰ ਲੱਭਿਆ ਜਾ ਸਕਦਾ ਹੈ। ਉਹ ਕਹਾਣੀ ਦਾ ਜ਼ਿਕਰ ਕਰਕੇ ਸਤਿਗੁਰੂ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਈ, ਉਹ ਹੈ ਪਰਮ ਪਿਤਾ ਪਰਮੇਸ਼ਰ ਆਪ ਹੀ ਜਗਤ ਦਾ ਪਾਲਣਾ ਕਰਨ ਵਾਲਾ ਹੈ। ਪਰਮ ਪਿਤਾ ਪਰਮੇਸ਼ਰ ਆਪ ਹੀ ਜਗਤ ਨੂੰ ਰੋਜ਼ੀ ਦੇਣ ਵਾਲਾ ਹੈ। ਪਰਮ ਪਿਤਾ ਪਰਮੇਸ਼ਰ ਆਪ ਹੀ ਸੰਸਾਰ ਦਾ ਸ਼ਿੰਗਾਰ ਕਰਨ ਵਾਲਾ ਹੈ। ਤਿੰਨ ਚੇਲੇ ਪ੍ਰਵਾਨ ਦੀ ਕੋਈ ਗੱਲਬਾਤ ਇੱਥੇ ਨਹੀਂ ਹੈ, ਨਾ ਹੀ ਇੱਥੇ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਇੱਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਵਾਨ। ਇਹ ਉਹਨਾਂ ਦੇ ਮੱਤ ਦੀ ਗੱਲਾਂ ਸੀ। ਸਤਿਗੁਰੂ ਜੀ ਨੇ ਇਹ ਗੱਲ ਨਹੀਂ ਮੰਨੀ। ਉਹ ਅੱਗੇ ਲਿਖੀਆਂ ਗੱਲਾਂ ਵਿੱਚ ਗੁਰੂ ਪਾਤਸ਼ਾਹ ਨੇ ਆਪਾਂ ਮੱਤ ਦਿੱਤਾ ਵੀ ਇਹ ਸਭ ਫਜ਼ੂਲ ਦੀਆਂ ਗੱਲਾਂ ਨੇ। ਜਿਵੇਂ ਮੇਰੇ ਮਾਲਕ ਨੂੰ ਪਾਉਂਦਾ ਹੈ ਉਵੇਂ ਹੀ ਸੰਸਾਰ ਵਿੱਚ ਹੁੰਦਾ ਹੈ। ਉਹਦੀ ਰਚਨਾ ਬੇਅੰਤ ਹੈ। ਉਹਦੀ ਰਚਨਾ ਦੇ ਵਿੱਚੋਂ ਕੋਈ, ਉਹਦੀ ਕੁਦਰਤ ਦੇ ਵਿੱਚੋਂ ਉਸ ਕਾਦਰ ਦਾ ਅੰਤ ਜਿਹੜਾ ਹੈ ਉਹ ਨਹੀਂ ਪਾ ਸਕਦੇ। ਕਾਦਰ ਦੀ ਰਚਨਾ ਵੀ ਬੇਅੰਤ ਹੈ, ਕੁਦਰਤ ਵੀ ਬੇਅੰਤ ਹੈ, ਲੇਕਿਨ ਕਾਦਰ ਦਾ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ। ਕਿਉਂਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਉਹ ਦਿਖਦਾ ਸਾਰੇ ਪਸਾਰੇ ਨੂੰ। ਉਹ ਦੇਣ ਵਾਲਾ ਦਤਾਰ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਤੁਮਟ ਨਾ ਆਵਈ, ਅਗੰਤ ਭਰੇ ਭੰਡਾਰ। ਉਹਦੇ ਭੰਡਾਰੇ ਭਰੇ ਹੋਏ ਹਨ। ਤੋ ਇਹ ਮਨੌਤ ਕਿ ਬ੍ਰਹਮਾ ਨੇ ਸੰਸਾਰ ਨੂੰ ਪੈਦਾ ਕੀਤਾ, ਗੁਰੂ ਸਾਹਿਬ ਜੀ ਨੇ ਇਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ। ਗੁਰੂ ਸਾਹਿਬ ਨੇ ਕਿਹਾ ਜੇ ਆਪ ਕਿਸੇ ਦੇ ਬਣਾਏ ਹੋਏ ਹਨ, ਬਣਾਈ ਹੋਈ ਕੁਦਰਤ ਕਿਵੇਂ ਆਪਣੇ ਕਾਦਰ ਦਾ ਅੰਤ ਪਾ ਸਕਦੀ ਹੈ। ਪਿਤਾ ਕਾ ਜਨਮ ਕਿ ਜਾਣੇ ਪੂਤ। ਪੁੱਤਰ ਹੁਣ ਕਵੇ ਪਿਤਾ ਦੇ ਜਨਮ ਦੀਆਂ ਗੱਲਾਂ ਕਰੇ, ਬੜੀ ਔਖੀ ਜੀ ਗੱਲ ਹੈ। ਇਸ ਵਾਸਤੇ ਪ੍ਰਮਾਤਮਾ ਦੇ ਅੰਤ ਨੂੰ ਪਾ ਲੈਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਅੱਗੇ ਲਫ਼ਜ਼ ਹੁੰਦਾ ਬਰਾ। ਪੁਰਾਤਨ ਕਹਾਣੀਆਂ ਦੇ ਵਿੱਚ ਇੱਕ ਮਨੌਤ ਜੀ ਆਉਂਦੀ ਹੈ ਕਿ ਵਿਸ਼ਨੂੰ ਦਾ ਇੱਕ ਅਵਤਾਰ ਹੈ, ਜਿਸ ਨੇ ਸੂਰ ਦਾ ਰੂਪ ਧਾਰਨ ਕਰਕੇ ਧਰਤੀ ਦੈਂਤਾਂ ਤੋਂ ਛੁਡਾ ਕੇ ਲਿਆਂਦੀ।
ਕਹਿੰਦੇ ਹਨ ਕਿ ਹਰਨਾਕਸ਼ ਦੈਂਤ ਨੇ ਧਰਤੀ ਨੂੰ ਪਤਾਲ ਵੀ ਡੁਬੋ ਦਿੱਤਾ ਅਤੇ ਵਰਾਹ ਅਵਤਾਰ ਨੇ ਹਜ਼ਾਰਾਂ ਵਰੇ ਲੜਾਈ ਲੜ ਕੇ ਇਸ ਨੂੰ ਵਾਪਸ ਲਿਆਂਦਾ। ਤੈਤਰੀਏ ਸੰਹਿਤਾ ਤੇ ਸਤਿ ਬ੍ਰਹਮਣ ਵਿੱਚ ਵੀ ਇਸੇ ਤਰ੍ਹਾਂ ਦੀ ਕਥਾ ਦਿੱਤੀ ਹੋਈ ਹੈ। ਪਹਿਲੇ ਸਾਰੇ ਪਾਣੀ ਪਾਣੀ ਸੀ, ਫਿਰ ਪ੍ਰਜਾਪਤੀ ਨੇ ਵਰਾਹ ਰੂਪ ਧਾਰਨ ਕਰਕੇ ਧਰਤੀ ਨੂੰ ਪਾਣੀ ਵਿੱਚੋਂ ਕੱਢਿਆ ਤੇ ਇਸ ਨੂੰ ਕਮਲ ਦੇ ਪੱਤੇ ਉੱਤੇ ਟਿਕਾਇਆ, ਜੋ ਫੈਲ ਗਈ ਤੇ ਫਿਰ ਉਹ ਫੈਲੀ ਹੋਈ ਦਾ ਨਾਮ ਭੂਮੀ ਤੋਂ ਬਣ ਗਿਆ। ਫੈਲਣ ਵਾਲੀ ਫਲਾਉ ਵਾਲੀ ਚੀਜ਼ ਬਣ ਗਈ। ਵਿਰਾਹ ਦੀ ਉਤਪਤੀ ਤੇ ਬ੍ਰਹਮਾ ਦੇ ਨੱਕ ਚੋਂ ਵੀ ਮੰਨੀ ਜਾਂਦੀ ਹੈ, ਪਰ ਭੱਟਾ ਨੇ ਇਸ ਵੱਲ ਇਸ਼ਾਰਾ ਕਰਦਿਆਂ ਗੱਲ ਲਿਖੀ ਹੈ, ਜਨਮ ਕਰਮ ਮਛ ਕਛ ਹੂ ਬਰਾ, ਜਮਨਾ ਕੇ ਕੁਲ ਖੇਲ ਖੇਲਿਓ ਜਿਨ ਗਿੰਦ ਜੀਓ। ਇਹ ਮਹੱਲੇ ਚੌਥੇ ਦੇ ਵਿੱਚ, ਸੋਈਏ ਮਹੱਲੇ ਚੌਥੇ ਦੇ ਵਿੱਚ 1403 ਅੰਕ ਦੇ ਉੱਤੇ ਇਹ ਗੱਲ ਜਿਹੜੀ ਸਾਨੂੰ ਲਿਖੀ ਮਿਲਦੀ ਹੈ। ਅਸੀਂ ਜਦੋਂ ਦੇਖਦੇ ਹਾਂ ਹੈਰਾਨ ਹੋ ਜਾਂਦੇ ਹਾਂ ਵੀ ਇਹੋ ਜਿਹੀਆਂ ਕਹਾਣੀਆਂ ਨਿਰਮੂਲ ਜਿਹੀਆਂ ਜਿਹੜੀਆਂ ਸਾਨੂੰ ਹੀ ਚੰਗੀਆਂ ਨਹੀਂ ਲੱਗ ਰਹੀਆਂ, ਤਾਂ ਉਹ ਕਿਵੇਂ ਵਾਪਰ ਗਈਆਂ ਹੋਣਗੀਆਂ। ਨਿਰਮੂਲ ਜਿਹੀਆਂ ਕਹਾਣੀਆਂ ਦੇਖੋ, ਜਨਮ ਕਰਮ ਮਛ ਕਛ ਹੂਏ ਬਰਾ ਦੀ ਗੱਲ ਜਦੋਂ ਕੀਤੀ ਗਈ ਤਾਂ ਉੱਥੇ ਵੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਜਨਮ ਦਾ ਅਰਥ ਹੁੰਦਾ ਜਨਮ ਲੈ ਕੇ, ਕਰਮ ਦਾ ਅਰਥ ਹੁੰਦਾ ਕੰਮ, ਤੇ ਫਿਰ ਇਹਦੇ ਵਾਸਤੇ ਜਿਹੜੇ ਗੁਰੂ ਭੱਟਾ ਨੇ ਜਿਹੜੀ ਗੱਲ ਲਿਖੀ ਵੀ ਮੇਰੇ ਵਾਸਤੇ ਤਾਂ ਗੋਬਿੰਦ ਰੂਪ ਕੇਵਲ ਉਹੀ ਹੈ ਜਿਸ ਨੇ ਮੱਛ ਕੱਛ ਤੇ ਵਰਾਹ ਦੇ ਜਨਮ ਲੈ ਕੇ ਕਈ ਕੰਮ ਕੀਤੇ ਹਨ। ਜਨਮ ਕਰਮ ਮੱਛ ਕੱਛ ਹੂ ਬਰਾ, ਜਮਨਾ ਕੇ ਕੁਲ ਖੇਲ ਖੇਲਿਓ ਜਿਨ ਗਿੰਦ ਜੀਓ। ਬੜੀ ਕਮਾਲ ਦੀ ਗੱਲ ਕੀਤੀ ਕਿ ਮੇਰਾ ਗੋਬਿੰਦ ਉਹੀ ਹੈ ਜਿਨ੍ਹਾਂ ਜਮਨਾ ਦੇ ਕੰਢੇ ਦੇ ਉੱਤੇ ਖੇਡ ਦੀ ਖੇਡ ਸਾਰੀ ਵੀ ਉਹਨੇ ਹੀ ਖੇਡੀ। ਇਹ ਜਿਹੜਾ ਭੱਟ ਗੋਇੰਦ ਲਿਖਦੇ ਨੇ, ਗਿੰਦ ਦਾ ਅਰਥ ਜਿਹੜਾ ਉਹਦਾ ਭੱਟ ਦਾ ਨਾਮ ਹੈ, ਉਹ ਕਹਿੰਦੇ ਨੇ ਹੇ ਮੇਰੇ ਮਨ, ਸਤਿਗੁਰ ਦਾ ਸਭ ਤੋਂ ਸ੍ਰੇਸ਼ਟ ਨਾਮ ਹਿਰਦੇ ਵਿੱਚ ਧਾਰ ਤੇ ਵਿਕਾਰਾਂ ਨੂੰ ਛੱਡ ਦੇ। ਮੇਰੇ ਲਈ ਸਭ ਤੋਂ ਵੱਡੇ ਇਹ ਬੰਦਗੀ ਇਹੋ ਹੀ ਹੈ। ਮੇਰੇ ਲਈ ਸਭ ਤੋਂ ਇਹ ਜਨਮ ਕਰਮ ਵਰਾਹ ਦੀਆਂ ਗੱਲਾਂ ਮੇਰੇ ਕਥਨੇ ਕਹਿਣੇ ਤੋਂ ਬਾਹਰੀਆਂ ਹਨ। ਇਸ ਕਰਕੇ ਤੂੰ ਬੰਦਗੀ ਕਰ, ਸਿਮਰਨ ਕਰ, ਉਹਦੀ ਯਾਦ ਕਰ। ਇਹੋ ਹੀ ਸਾਰਿਆਂ ਤੇ ਪ੍ਰਮਾਤਮਾ ਤੋਂ ਬੰਦਗੀ ਨੂੰ ਪ੍ਰਵਾਨ ਕੀਤਾ ਗਿਆ। ਅਗਲਾ ਲਫ਼ਜ਼ ਫਿਰ ਬੱਬੇ ਤੋਂ ਆਪਾਂ ਅੱਗੇ ਤੁਰਦੇ ਹਾਂ ਜੀ, ਬ੍ਰਾਹਮਣ। ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਵੀ ਇਤਿਹਾਸਕ ਅਨੁਮਤੀ ਸ਼ਾਸਤਰਾਂ ਦੇ ਵਿੱਚ 4 ਵਰਨਾਂ ਵਿੱਚ ਬ੍ਰਾਹਮਣ ਨੂੰ ਮੁੱਖਤਾ ਦਿੱਤੀ ਗਈ ਹੈ। ਇਹਦਾ ਵਰਨ ਸਭ ਤੋਂ ਉੱਤਮ ਮੰਨਿਆ ਗਿਆ ਹੈ, ਜਿਸ ਨੂੰ ਬ੍ਰਹਮਾ ਦੇ ਮੂੰਹ ਦੇ ਉੱਤੋਂ ਪ੍ਰਗਟ ਹੋਇਆ ਮੰਨਿਆ ਜਾਂਦਾ। ਜਿਵੇਂ ਹੁਣੇ ਪਿੱਛੇ ਮੈਂ ਗੱਲ ਕੀਤੀ, ਸ਼ੂਦਰ ਨੂੰ ਪੈਰਾਂ ਤੋਂ ਜਨਮ ਲੈਣ ਵਾਲਾ ਕਹਿੰਦੇ ਨੇ ਬ੍ਰਹਮਾ ਨੂੰ, ਤੇ ਬ੍ਰਾਹਮਣ ਨੂੰ ਮੂੰਹ ਦੇ ਵਿੱਚੋਂ ਜਨਮ ਲੈਣ ਵਾਲਾ ਕਹਿੰਦੇ ਨੇ। ਇਹਦੇ ਜਿਹੜੇ ਮੁੱਖ ਕੰਮ ਹਨ ਉਹ ਵੇਦ ਪੜ੍ਹਨਾ ਤੇ ਪੜ੍ਹਾਉਣਾ, ਜਗ ਕਰਨਾ ਤੇ ਜਗ ਕਰਾਉਣਾ, ਦਾਨ ਲੈਣੇ, ਦਾਨ ਦੇਣੇ। ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਬ੍ਰਾਹਮਣ ਪੜ੍ਹੀ ਲਿਖੀ ਜਮਾਤ ਸੀ, ਇਸ ਕਰਕੇ ਇਸਨੇ ਆਪਣੇ ਆਪ ਦੀ ਪ੍ਰਤਿਸ਼ਠਾ ਬਣਾ ਲਈ, ਇੰਪੋਰਟੈਂਸ ਬਣਾ ਲਈ। ਸਮਾਜ ਵਿੱਚ ਆਪਣਾ ਇਹਨੇ ਜਿਹੜਾ ਸੀ ਸਭ ਤੋਂ ਪ੍ਰਮੁੱਖ ਸਥਾਨ ਵੀ ਬਣਾ ਲਿਆ, ਕਿਉਂਕਿ ਇਹ ਤੇਜ਼ ਸੀ ਬੁੱਧੀ ਦੇ ਵਿੱਚ ਔਰ ਪੜ੍ਹਿਆ ਲਿਖਿਆ ਸੀ। ਜੀਵਨ ਦਾ ਆਮ ਸਾਡੇ ਗੁਆਂਢੀ ਮੱਤ ਵਿੱਚ ਜੀਵਨ ਦੇ ਹਰ ਸੰਸਕਾਰ ਦੇ ਉੱਤੇ ਦੀ ਲੋੜ ਹੈ, ਉਹਦੇ ਰਾਹੀਂ ਹੁੰਦਾ ਹੈ। ਮਰਨ ਵੇਲੇ ਦੇ ਵੀ, ਜਨਮ ਵੇਲੇ ਦੇ ਵੀ, ਸ਼ਾਦੀਆਂ ਦੇ ਸਭ ਸੰਸਕਾਰ ਉਹਦੇ ਰਾਹੀਂ ਹੁੰਦੇ ਹਨ। ਜਿਵੇਂ ਅੱਜ ਕੱਲ੍ਹ ਅਸੀਂ ਗੁਰਦੁਆਰੇ ਦੇ ਭਾਈ ਸਾਹਿਬ ਕੋਲ ਕਰਾ ਕੇ ਉਹਨਾਂ ਨੂੰ ਬ੍ਰਾਹਮਣ ਬਣਾਇਆ ਹੋਇਆ। ਸਾਡੇ ਸਿੱਖ ਦਾ ਕੰਮ ਹੈ ਹਰ ਸੰਸਕਾਰ ਆਪ ਕਰਨਾ। ਆਪਣੇ ਜੀਵਨ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੇ, ਜਨਮ ਤੋਂ ਲੈ ਕੇ ਦੇਹਾਂਤ ਤੱਕ ਦਾ ਜੋ ਵੀ ਕਰਮ ਹੈ ਅਸੀਂ ਆਪ ਕਰ ਸਕਦੇ ਹਾਂ। ਅਸੀਂ ਆਪ ਗੁਰੂ ਅੱਗੇ ਬੇਨਤੀ ਕਰ ਸਕਦੇ ਹਾਂ। ਪਰ ਅਸੀਂ ਕਿਉਂਕਿ ਦੇਖਾ ਦੇਖੀ ਗੁਆਂਢੀ ਮੱਤ ਦਾ ਅਸਰ ਸਾਡੇ ਤੇ ਹੋਇਆ, ਤੇ ਦੇਖਾ ਦੇਖੀ ਅਸੀਂ ਵੀ ਉਸੇ ਕੰਮ 'ਚ ਪੈ ਗਏ ਜਿਹੜੇ ਕੰਮ 'ਚ ਉਹ ਪਏ ਹੋਏ ਸਨ। ਉਹਨਾਂ ਦੇ ਮਰਨ ਵੇਲੇ ਵੀ ਪੰਡਤ ਹੁੰਦਾ ਹੈ, ਉਹਨੂੰ ਆਚਾਰ ਜੀ ਕਹਿੰਦੇ ਨੇ। ਆਚਾਰ ਜੀ ਖਾਨਦਾਨੀ ਹੁੰਦੇ ਨੇ, ਜਿਹੜੇ ਉਹ ਖਾਨਦਾਨੀ ਹੁੰਦੇ ਨੇ, ਵੀ ਚੱਲੇ ਆਉਂਦੇ ਆ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਉਹਦਾ ਪੁੱਤਰ, ਉਹਦਾ ਪੁੱਤਰ, ਇਹ ਖਾਨਦਾਨੀ ਆਚਾਰਜ ਹੁੰਦੇ ਨੇ। ਤੋ ਇਹ ਇੱਕ ਬੜੀ ਜਿਹੀ ਜਮਾਤ ਹੋਣ ਕਰਕੇ
ਇਹਨੇ ਆਪਣੇ ਆਪ ਨੂੰ ਵੱਡਾ ਸਮਝ ਬਣਵਾ ਲਿਆ ਸਮਾਜ ਦੇ ਵਿੱਚ, ਤੇ ਇਹਦਾ ਆਦਰ ਜਿਹੜਾ ਸੀ ਉਹ ਸਮਾਜ ਵਿੱਚ ਹੁੰਦਾ ਰਿਹਾ। ਸ਼ਤਪਥ ਬ੍ਰਾਹਮਣ ਦੇ ਅਨੁਸਾਰ ਦੇਵਤਿਆਂ ਦੇ ਦੋ ਭੇਦ ਕੀਤੇ ਗਏ, ਇੱਕ ਅਸਮਨੀ ਦੇਵਤੇ, ਦੂਜੇ ਬ੍ਰਾਹਮਣ। ਇਸ ਤਰ੍ਹਾਂ ਕਾਫੀ ਦੇਰ ਭਾਰਤੀ ਸਮਾਜ ਦੇ ਵਿੱਚ ਬ੍ਰਾਹਮਣ ਨੂੰ ਸਰਵਉੱਚ ਤੇ ਨਿਰਦੋਸ਼ ਹੀ ਕਰਾਰ ਦਿੱਤਾ ਜਾਂਦਾ ਰਿਹਾ ਵੀ ਦੋਸ਼ ਕਰ ਹੀ ਨਹੀਂ ਸਕਦਾ, ਇਹ 'ਚ ਗੁਨਾਹ ਹੈ ਹੀ ਕੋਈ ਨਹੀਂ, ਇਹ ਗੁਨਾਹ ਪ੍ਰੂਫ ਹੈ। ਬਾਅਦ ਵਿੱਚ ਜਾ ਕੇ ਬ੍ਰਾਹਮਣ ਫਿਰ ਸਵਾਰਥੀ ਹੋ ਗਏ, ਸੈਲਫਿਸ਼ ਜਿਹੇ ਹੋ ਗਏ, ਤੇ ਬਾਕੀ ਸਾਰੇ ਸਮਾਜ ਨੂੰ ਘਟੀਆ ਸਮਝ ਕੇ ਉਹਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਲੱਗ ਪਏ। ਇਹਦਾ ਰਿਜ਼ਲਟ, ਇਹਦਾ ਨਤੀਜਾ ਇਹ ਨਿਕਲਿਆ ਕਿ ਆਮ ਲੋਕ ਜਿਹੜੇ ਸੀ ਉਹ ਬ੍ਰਾਹਮਣ ਦੇ ਵਿਰੁੱਧ ਖੜੇ ਹੋ ਗਏ। ਖਾਸ ਕਰਕੇ ਭਗਤੀ ਲਹਿਰ ਦੇ ਜਿਹੜੇ ਭਗਤ ਹਨ, ਜਿਨ੍ਹਾਂ ਨੇ ਗੁਰੂ ਨਾਨਕ, ਜਿਨ੍ਹਾਂ ਦੀ ਰਚਨਾ ਨੂੰ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤਾ, ਉਹਨਾਂ ਨੇ ਇਸ ਪ੍ਰੋਤੀ ਪ੍ਰਪੰਚ ਨੂੰ ਜਾਂ ਇਸ ਮਰਿਆਦਾ ਨੂੰ ਲੀਰੋ ਲੀਰ ਕਰਤਾ, ਭਾਵ ਖਤਮ ਕਰਤਾ। ਇਹਦਾ ਪੋਸਟਮਾਰਟਮ ਚੰਗੀ ਤਰ੍ਹਾਂ ਕੀਤਾ। ਜੇ ਕਬੀਰ ਸਾਹਿਬ ਜੀ ਦੀ ਗੱਲ ਕਰੀਏ ਤਾਂ ਸ਼ਲੋਕ ਜਿਹੜੇ ਕਬੀਰ ਸਾਹਿਬ ਦੇ ਲਿਖਦੇ ਹਨ, ਕਹਿੰਦੇ ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ, ਅਰਜ ਉਰਜ ਕੇ ਪਚਮੂਆ ਚਾਰੋਂ ਵੇਦੋਂ ਮਾਹੇ। ਕਹਿੰਦੇ ਉਹਦਾ ਤਾਂ ਕੰਮ ਹੀ ਇਹ ਹੈ, ਭਗਤਾਂ ਦਾ ਨਹੀਂ ਹੋ ਸਕਦਾ। ਉਹ ਗੁਰੂ ਸੰਸਾਰ ਦਾ ਹੋ ਸਕਦਾ, ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਭਗਤਾਂ ਦਾ ਉਹ ਗੁਰ ਨਹੀਂ ਹੈ, ਕਿਉਂਕਿ ਭਗਤ ਜਿਹੜੇ ਹਨ ਉਹ ਪਰਮਾਤਮਾ ਦੇ ਅਧੀਨ ਹੋ ਕੇ ਕੰਮ ਕਰਦੇ ਹਨ। ਤਾਂ ਗੁਰੂ ਸਾਹਿਬ ਜੀ ਨੇ ਜਿਹੜੇ ਬ੍ਰਾਹਮਣ ਦੇ ਲੱਛਣ ਦੱਸੇ ਉਹ ਹੋਰ ਹਨ। ਗੁਰੂ ਨਾਨਕ ਸਾਹਿਬ ਲਿਖਦੇ ਹਨ, ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ, ਜਬ ਤਬ ਸਮਝੋ ਕਮਾਵੇ ਕਰਮ। ਬ੍ਰਾਹਮਣ ਉਹ ਨਹੀਂ ਜਿਹੜਾ ਬ੍ਰਾਹਮਣ ਦੇ ਘਰ 'ਚ ਜਨਮ ਲੈ ਲੈਂਦਾ ਹੈ। ਕਹਿੰਦਾ ਜੇ ਉੱਥੇ ਜਨਮ ਲੈਣ ਵਾਲਾ ਹੁੰਦਾ ਤਾਂ ਉਹਦੇ 'ਚ ਕੋਈ ਵਿਸ਼ੇਸ਼ਤਾ ਹੋਣੀ ਚਾਹੀਦੀ ਸੀ। ਗੁਰਬਾਣੀ ਨੇ ਵੀ ਇਹ ਗੱਲ ਕਹੀ। ਭਗਤ ਕਬੀਰ ਜੀ ਸਵਾਲ ਕਰਕੇ ਕਹਿੰਦੇ, ਬ੍ਰਾਹਮਣ ਤੂੰ ਦੱਸ, ਸਾਡੇ ਤੋਂ ਸ੍ਰੇਸ਼ਟ ਕਿਵੇਂ ਹੋ ਗਿਆ? ਤੂੰ ਕਿੱਥੋਂ ਦਾ ਬ੍ਰਾਹਮਣ, ਮੈਂ ਕਿੱਥੋਂ ਦਾ ਸ਼ੂਦਰ ਬਣ ਗਿਆ? ਦੱਸ, ਮੈਂ ਸ਼ੂਦਰ ਕਿਵੇਂ ਬਣ ਗਿਆ? ਜੇ ਤੇਰੇ ਤੇ ਮੇਰੇ 'ਚ ਕੋਈ ਭੇਦ ਹੈ, ਫਰਕ ਹੁੰਦਾ, ਫਿਰ ਤੇਰੀਆਂ ਨਾੜਾਂ 'ਚ ਕਿਹੜਾ ਦੁੱਧ ਚੱਲਦਾ ਤੇ ਮੇਰੀਆਂ 'ਚ ਖੂਨ ਚੱਲਦਾ। ਬੜਾ ਕਟਾਚ ਜਿਹਾ ਕਰਕੇ ਭਗਤ ਜੀ ਨੇ ਸਵਾਲ ਬੰਮ ਦੇ ਕੇ ਰੱਖ ਦਿੱਤਾ। ਤੁਮ ਕਤ ਬਾਹਮਣ, ਹਮ ਕਤ ਸੂਦ, ਹਮ ਕਤ ਲੋਹੂ, ਤੁਮ ਕਤ ਦੂਧ। ਦੱਸਦਾ ਸੀ ਇੱਥੇ ਸਾਡੀਆਂ ਨਾੜਾਂ 'ਚ ਖੂਨ ਚੱਲਦਾ ਤੇ ਤੇਰਿਆਂ 'ਚ ਵੀ ਉਹੀ ਚੱਲਦਾ ਹੈ। ਤੇਰੀਆਂ ਨਾੜਾਂ 'ਚ ਦੁੱਧ ਚੱਲਦਾ ਨਹੀਂ, ਵੀ ਜੇ ਤੂੰ ਦੁੱਧ ਚਲਾਉਂਦਾ ਫਿਰ ਤਾਂ ਤੈਨੂੰ ਸ੍ਰੇਸ਼ਟ ਮੰਨ ਲੈਂਦੇ। तो गुरु साहब जी ने जो तो ब्राह्मण ब्राह्मणी जाया, भगत जी कहते आन बाट काहे नहीं आया। जे तू सचमुच ही श्रेष्ठ है तो तेरा पैदाइश का रस्ता अलग क्यों नहीं हो गया? तू भी मेरे वांगू माता पिता के मिलाप तो बाद उन्हें माता के पेट तो जन्म लिया, तू को आसमानों उठ के तो आया नहीं, ते तू दस तू वड्डा क्यों है? बहुत सवाल किए भगत कबीर जी ने, खास करके ਇਹ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਖਾਸ ਕਰਕੇ ਬ੍ਰਾਹਮਣ ਦੇ ਉੱਤੇ ਬਹੁਤ ਕੁਝ ਸਵਾਲ ਉਠਾਏ ਨੇ, ਜਿਹੜੇ ਉਠਾਏ ਹਨ। ਅਸਲ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨੇ, ਸੋ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੇ ਅੰਦਨ ਹਰ ਲਿਵ ਲਾਏ। ਅਸਲ ਬ੍ਰਾਹਮਣ ਉਹ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਉਂਦਾ ਹੈ ਤੇ ਜਿਹੜਾ ਹਰ ਵੇਲੇ ਪ੍ਰਮਾਤਮਾ ਦੀ ਯਾਦ ਵਿੱਚ ਸੁਰਤ ਲਾ ਕੇ ਜੁੜਿਆ ਹੋਇਆ ਹੈ। ਅਸਲ ਬ੍ਰਾਹਮਣ ਉਹਨੂੰ ਕਿਹਾ ਗਿਆ ਹੈ। ਸਿੱਖੀ ਦੇ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਸਿੱਖੀ ਵਿੱਚ ਜਾਤ ਪਾਤ ਦੀ ਨਾ ਹੀ ਕੋਈ ਪ੍ਰਧਾਨਤਾ ਮੰਨੀ ਗਈ ਹੈ, ਨਾ ਹੀ ਸਿੱਖੀ ਵਿੱਚ ਜਾਤ ਪਾਤ ਨੂੰ ਕੁਝ ਮੰਨਿਆ ਗਿਆ ਹੈ। ਸਿੱਖੀ ਦਾ ਜਿਹੜਾ ਬੜਾ ਸਿੱਧੇ ਸਪਸ਼ਟ ਜਿਹੇ ਸਿਧਾਂਤ ਹਨ, ਇੱਥੇ ਹਰ ਮਨੁੱਖ ਪਰਮਾਤਮਾ ਦਾ ਬਣਾਇਆ ਹੋਇਆ, ਪਰਮ ਪਿਤਾ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਤੇ ਹਰ ਮਨੁੱਖ ਹੀ ਜਿਹੜਾ ਹੈ ਉਹ ਪ੍ਰਮਾਤਮਾ ਨੂੰ ਮਿਲ ਸਕਦਾ ਹੈ। ਜਿਹੜਾ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਬ੍ਰਹਮ ਬਿੰਦੇ ਸੋ ਬ੍ਰਾਹਮਣ ਕੀਏ, ਜਨ ਹਰ ਲਿਵ ਲਾਏ। ਸਤਿਗੁਰ ਪੁੱਛੇ ਸਚ ਸੰਜੋਗ ਕਮਾਵੇ, ਹਉਮੈ ਰੋਗ ਤਿਸ ਜਾਏ। ਫਿਰ ਗੁਣ ਹਰ ਗੁਣ ਗਾਵੇ, ਗੁਣ ਸੰਗਰ ਹੈ, ਜੋਤੀ ਜੋਤ ਮਿਲਾਏ। ਇਸ ਜਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਮਿਟ ਸਮਾਏ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ, ਜੇ ਅੰਦਨ ਹਰ ਨਾਮ ਧਿਆਏ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ, ਜੇ ਅੰਦਨ ਹਰ ਨਾਮ ਧਿਆਏ। ਇਹ ਗੁਰੂ ਅਮਰਦਾਸ ਮਹਾਰਾਜ ਨੇ ਗੁਜਰੀ ਦੀ ਵਾਰ ਦੇ ਵਿੱਚ ਇਹ ਸ਼ਲੋਕ ਦਰਜ ਕੀਤਾ। ਭਾਵ ਕਿ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਬਿੰਦਦਾ ਹੈ, ਪਛਾਣਦਾ ਹੈ।
ਬ੍ਰਹਮ ਨਾਲ ਸਾਂਝ ਪਾਉਂਦਾ ਹੈ, ਜਿਹੜਾ ਹਰ ਵੇਲੇ ਉਹਦੀ ਯਾਦ ਵਿੱਚ ਆਪਣੀ ਸੁਰਤ ਜੋੜ ਕੇ ਰੱਖਦਾ ਹੈ। ਬ੍ਰਾਹਮਣ ਉਹਨੂੰ ਕਹਿਣਾ ਚਾਹੀਦਾ ਹੈ ਜੋ ਉਹ ਬ੍ਰਾਹਮਣ ਸਤਿਗੁਰ ਦੇ ਭਾਣੇ ਵਿੱਚ ਜਾਂ ਉਹਦੇ ਹੁਕਮ ਵਿੱਚ ਤੁਰਦਾ ਹੈ ਤੇ ਆਪਣੇ ਅੰਦਰੋਂ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਦਾ ਰੋਗ ਦੂਰ ਕਰ ਲੈਂਦਾ ਹੈ। ਹਉਮੈ ਦੀਰਘ ਰੋਗ ਹੈ ਨਾ, ਇਹਨੂੰ ਦੂਰ ਕਰ ਲੈਂਦਾ ਹੈ। ਉਹ ਪ੍ਰਮਾਤਮਾ ਦੀ ਬੰਦਗੀ ਕਰਦਾ, ਉਹਦੇ ਗੁਣਾਂ ਨੂੰ ਗਾਉਂਦਾ, ਰੱਬੀ ਗੁਣ ਇਕੱਠੇ ਕਰਦਾ ਤੇ ਪਰਮ ਜੋਤ ਪ੍ਰਮਾਤਮਾ ਚ ਆਤਮੀ ਸੁਰਤ ਨੂੰ ਮਿਲਾਈ ਰੱਖਦਾ ਹੈ। ਉਹਨੂੰ ਬ੍ਰਾਹਮਣ ਕਿਹਾ ਗਿਆ ਹੈ। ਇਹ ਲੱਛਣ ਹਨ ਬ੍ਰਾਹਮਣ ਦੇ, ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਸਾਏ ਗਏ ਹਨ। ਮਨੁੱਖ ਜਨਮ ਦੇ ਵਿੱਚ ਕੋਈ ਬਿਰਲਾ ਹੀ ਬ੍ਰਹਮ ਨੂੰ ਜਾਣਨ ਵਾਲਾ ਹੁੰਦਾ ਹੈ। ਜੋ ਕਿਹੜਾ ਜਾਣ ਸਕਦਾ ਹੈ ਮਨੁੱਖਾ ਜਨਮ ਦੇ ਵਿੱਚ? ਜਿਹੜਾ ਬ੍ਰਹਮ ਦੇ ਵਿੱਚ ਜੁੜਿਆ ਹੋਇਆ ਹੋਵੇ, ਜਿਹੜਾ ਉਹਦੇ ਨਾਲ ਪੂਰੀ ਤਰ੍ਹਾਂ ਰੰਗਿਆ ਹੋਇਆ ਹੋਵੇ, ਉਹ ਜਾਣਦਾ ਹੈ, ਦੂਜਾ ਨਹੀਂ ਜਾਣ ਸਕਦਾ। ਹਰ ਵੇਲੇ ਵਾਹਿਗੁਰੂ ਦੀ ਯਾਦ ਵੀ ਜੁੜਿਆ ਹੋਵੇ ਤੇ ਜਿਹਨੂੰ ਮਿਲ ਕੇ ਉਹਦੇ ਅੰਦਰ ਸੁੱਖ ਵਸ ਗਿਆ ਹੋਵੇ, ਆਨੰਦ ਦੀ ਅਵਸਥਾ ਬਣ ਗਈ ਹੋਵੇ, ਅਸਲ ਵਿੱਚ ਬ੍ਰਾਹਮਣ ਉਹਨੂੰ ਕਿਹਾ ਗਿਆ ਹੈ। ਬ੍ਰਾਹਮਣ ਉਹਦਾ ਨਾਮ ਜਿਹੜਾ ਹੈ ਗੁਰਮਤਿ ਨੇ ਰੱਖਿਆ ਹੈ। ਗੁਰਮਤਿ ਨੇ ਜਾਤਾਂ ਪਾਤਾਂ ਦੀ ਬ੍ਰਾਹਮਣੀ ਨਾ ਬਰਦਾਸ਼ਤ ਕੀਤੀ, ਨਾ ਹੀ ਸੁਪਰਮੇਸੀ ਕਿਸੇ ਦੀ ਗੱਲ ਕੀਤੀ। ਇੱਥੇ ਤਾਂ ਸ਼ੂਦਰ ਦੇ ਘਰ ਵਿੱਚ ਜਨਮ ਲੈਣ ਵਾਲਾ ਵੀ ਬ੍ਰਾਹਮਣ ਬਣ ਸਕਦਾ ਹੈ, ਕਿਉਂਕਿ ਉਹਨੇ ਗੁਰੂ ਉਪਦੇਸ਼ ਰਾਹੀਂ ਆਪਣੇ ਜੀਵਨ ਨੂੰ ਕਮਾ ਲਿਆ ਹੈ। ਤੇ ਗੁਰਮਤਿ ਦੀ ਫਿਲਾਸਫੀ ਇਹਨਾਂ ਦੀ ਫਿਲਾਸਫੀ ਤੋਂ ਬਿਲਕੁਲ ਅਲੱਗ ਹੈ, ਬਿਲਕੁਲ ਭਿੰਨ ਹੈ। ਸਿਰਫ ਉਹਨਾਂ ਦੇ ਬ੍ਰਾਹਮਣ ਲਫ਼ਜ਼ ਦੇ ਵਰਤ ਕੇ ਉਹਦੀ ਨਜਾਇਜ਼ ਫਾਇਦਾ ਜਿਹੜਾ ਸੀ ਉਹ ਉਠਾਇਆ ਜਾ ਰਿਹਾ ਸੀ। ਗੁਰੂ ਸਾਹਿਬ ਜੀ ਨੇ ਉਹਨੂੰ, ਇਸ ਸ਼੍ਰੇਣੀ ਨੂੰ ਇਹ ਕਹਿ ਕੇ ਖਤਮ ਕਰ ਦਿੱਤਾ ਕਿ ਪ੍ਰਮਾਤਮਾ ਦੇ ਬਣਾਏ ਹੋਏ ਜੀਵ ਇੱਕੋ ਜਿਹੇ ਹਨ, ਉਹ ਸਾਰਿਆਂ ਦੇ ਉੱਪਰ ਆਪ ਹੈ, ਸਭ ਨੂੰ ਦੇਣ ਵਾਲਾ ਹੈ, ਸਾਰਿਆਂ ਦਾ ਦਾਤਾ ਉਹ ਹੈ, ਸਭ ਤੋਂ ਵੱਡਾ ਵੀ ਉਹੀ ਹੈ। ਅਗਲਾ ਲਫ਼ਜ਼ ਆਪਾਂ ਲੈਂਦੇ ਹਾਂ ਜੀ, ਬਲਭੱਦਰ। ਯਾਦੋ ਕੁਲ ਵਿੱਚੋਂ ਬਲਭੱਦਰ ਵਾਸਦੇਵ ਤੇ ਦੇਵਕੀ ਦੇ 7ਵੇਂ ਪੁੱਤਰ ਸਨ। ਇਹ ਬਲਭੱਦਰ ਵਾਸਦੇਵ ਦੇ ਤੇ ਦੇਵਕੀ ਦੇ 7ਵਾਂ ਪੁੱਤਰ ਸੀ, ਜਿਹੜੇ ਯਾਦਵਾਂ ਦੀ ਕੁਲ ਦੇ ਵਿੱਚ ਹੋਏ ਹਨ, ਜਿਹੜੇ ਕ੍ਰਿਸ਼ਨ ਜੀ ਦੇ ਵੱਡੇ ਭਰਾ ਵੀ ਕਿਹਾ ਗਿਆ ਹੈ। ਇਹਨਾਂ ਨੂੰ ਕ੍ਰਿਸ਼ਨ ਜੀ ਦੇ ਵੱਡੇ ਭਰਾ ਵੀ, ਇਹ ਰਿਸ਼ਤੇ ਵਿੱਚ ਵੱਡੇ ਭਰਾ ਵੀ ਇਹਨਾਂ ਨੂੰ ਮੰਨਿਆ ਜਾਂਦਾ ਹੈ, ਜਦ ਵੱਡੇ ਭਰਾ ਸਨ। ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਵੱਡੇ ਭਰਾ ਸਨ। ਇਸ ਤੋਂ ਪਹਿਲਾਂ 6 ਬੱਚੇ ਕੰਸ ਨੇ ਜਿਹੜੇ ਸੀ ਉਹ ਮਰਵਾ ਦਿੱਤੇ, ਪਰ ਬਲਭੱਦਰ ਦੇ ਜਨਮ ਲੈਣ ਤੇ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਗੋਕੁਲ ਪਹੁੰਚਾ ਦਿੱਤਾ। ਇੱਥੇ ਰੋਣੀ ਦੀ ਗੋਦ ਵਿੱਚ ਜਾ ਕੇ ਇਹ ਪਾਲਿਆ ਗਿਆ। ਇਹ ਚੰਗਾ ਬਹਾਦਰ ਸੂਰਮਾ ਸੀ। ਇਸ ਨੇ ਕੰਸ ਦੇ ਮਾਰਨ ਵੇਲੇ ਕ੍ਰਿਸ਼ਨ ਜੀ ਦੀ ਸਹਾਇਤਾ ਵੀ ਕੀਤੀ ਤੇ ਜਗਨਨਾਥ ਵਿਖੇ ਕ੍ਰਿਸ਼ਨ ਜੀ ਦੀ ਮੂਰਤੀ ਦੇ ਨਾਲ ਹੀ ਬਲਭੱਦਰ ਦੀ ਪੂਜਾ ਵੀ ਹੁੰਦੀ ਹੈ। ਗੋੜੀ ਗਵਾਰਰੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਇੱਕ ਸ਼ਬਦ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ। ਗੁਰ ਸੇਵਾ ਆਪ ਹਰ ਭਾਵੇ, ਕ੍ਰਿਸ਼ਨ ਬਲਭੱਦਰ ਗੁਰ ਪਗ ਲਗ ਧਿਆਵੈ, ਨਾਨਕ ਗੁਰਮੁਖ ਹਰ ਆਪ ਧਰਾਵੇ। ਇਹ ਚੌਥਾ ਅੰਕ ਹੈ ਜਿਹੜਾ ਸ਼ਬਦ ਗੋੜੀ ਗਵਾਰਰੀ ਦੇ ਵਿੱਚ ਮਿਲਦਾ ਹੈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹਦਾ ਅਰਥ ਇਹ ਹੈ ਕਿ ਗੁਰੂ ਦੀ ਸ਼ਰਨ ਪੈਣਾ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ। ਕ੍ਰਿਸ਼ਨ ਵੀ ਗੁਰੂ ਦੀ ਚਰਨੀ ਲੱਗ ਕੇ ਪ੍ਰਮਾਤਮਾ ਨੂੰ ਸਿਮਰਦੇ ਸਨ। ਬਲਭੱਦਰ ਵੀ ਗੁਰੂ ਦੀ ਚਰਨੀ ਲੱਗ ਕੇ ਪ੍ਰਭੂ ਦਾ ਨਾਮ ਧਿਆਉਂਦਾ ਸੀ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵੀ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਸ ਨੂੰ ਪ੍ਰਮਾਤਮਾ ਆਪ ਇਸ ਵਿਕਾਰਾਂ ਨਾਲ ਭਰੇ ਹੋਏ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਕ੍ਰਿਸ਼ਨ ਬਲਭੱਦਰ ਗੁਰ ਪਗ ਲਗ ਧਿਆਵੈ, ਤੇ ਇਸ ਦਾ ਅਰਥ ਇਹ ਹੈ ਕਿ ਇੱਥੇ ਕਿਸੇ ਵਿਅਕਤੀ ਦੀ ਸਿਫਤ ਸਲਾਹ ਨਹੀਂ ਹੈ, ਇੱਥੇ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਜਿਹੜੀ ਹੈ ਉਹ ਗੁਰੂ ਪਾਤਸ਼ਾਹ ਨੇ ਕੀਤੀ ਹੈ। ਗੁਰਬਾਣੀ ਨੇ ਕਿਸੇ ਵਿਅਕਤੀ ਵਿਸ਼ੇਸ਼ ਦੀ ਸਿਫਤ ਨਹੀਂ ਕੀਤੀ। ਗੁਰੂ ਜੀ ਨੇ ਜਾਂ ਤਾਂ ਚਲੀਆਂ ਆਉਂਦੀਆਂ ਮਰਿਆਦਾ ਦੀ ਗੱਲ ਕੀਤੀ। ਇਸ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਉਸ ਪਰਮ ਪਿਤਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਵਡਿਆਇਆ ਵੀ ਜਿਹੜਾ ਵੀ ਨਾਮ ਜਪੇਗਾ ਉਹ ਪਰਮੇਸ਼ਰ ਦੇ ਦਰ ਤੇ ਕਬੂਲ ਹੋ ਜਾਂਦਾ ਹੈ। ਅਗਲਾ ਸ਼ਬਦ ਅਸੀਂ ਹੋਰ ਲੈਂਦੇ ਹਾਂ ਜੀ। ਜੇ ਸ਼ਬਦ ਅਗਲੇ ਸ਼ਬਦ ਵੱਲ ਅਸੀਂ ਚਲੀਏ ਤੇ ਸ਼ਬਦ ਬੱਬੇ ਅੱਖਰ ਤੋਂ ਬਹੁਤ ਸਾਰੇ ਸ਼ਬਦ ਨੇ ਜਿਹੜੇ ਸ਼ੁਰੂ ਹੁੰਦੇ ਨੇ। ਬੱਬੇ ਤੋਂ
ਬ੍ਰਹਮ ਗਿਆਨੀ ਹੈ, ਬਚਿੱਤਰ ਨਾਟਕ ਹੈ, ਬੱਬੇ ਤੋਂ ਸਾਡੇ ਕੋਲ ਹੋਰ ਸ਼ਬਦ ਵੀ ਕਾਫੀ ਮਿਲ ਜਾਂਦੇ ਨੇ। ਤਾਂ ਅਸੀਂ ਹੌਲੀ ਹੌਲੀ ਇਹਨਾਂ ਸ਼ਬਦਾਂ ਦੀ ਵਿਚਾਰ ਅੱਗੇ ਕਰਾਂਗੇ, ਪਰ ਅਗਲਾ ਸ਼ਬਦ ਜਿਹੜਾ ਅਸੀਂ ਅੱਜ ਲੈ ਰਹੇ ਹਾਂ, ਜਿਹਦੀ ਵਿਚਾਰ ਅਸੀਂ ਕਰਨੀ ਹੈ, ਉਹ ਹੈ ਬਲਵੰਡ। ਬਲਵੰਡ ਆਪ ਜਾਣਦੇ ਹੋ, ਸੱਤਾ ਤੇ ਬਲਵੰਡ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਉਹਦਾ ਸਿਰਲੇਖ ਹੈ ਰਾਮਪੀ ਰਾਗ ਵਿੱਚ, ਜਿਹਨੂੰ ਆਮ ਤੌਰ ਤੇ ਸੱਤੇ ਬਲਵੰਡ ਦੀ ਵਾਰ ਕਿਹਾ ਜਾਂਦਾ ਹੈ। ਆਮ ਤੌਰ ਤੇ ਇਹਨੂੰ ਸੱਤੇ ਬਲਵੰਡ ਦੀ, ਲੇਕਿਨ ਇਹਦਾ ਪੂਰਾ ਨਾਮ ਹੈ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਇਹਦੇ ਨਾਂ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਇਹ ਰਾਏ ਬਲਵੰਡ ਦਾ ਮਤਲਬ ਰਾਏ ਬਰਾਦਰੀ ਦਾ ਕੋਈ ਭੱਟ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਉੱਤੇ ਇਹ ਹੋਇਆ। ਇਸ ਨੇ ਸੱਤੇ ਡੂਮ ਦੇ ਨਾਲ, ਜਿਹਨੂੰ ਮਰਾਸੀ ਕਹਿੰਦੇ ਸੀ, ਨਾਲ ਰਲ ਕੇ ਰਾਮਕੀ ਰਾਗ ਵਿੱਚ ਪੰਜ ਗੁਰੂ ਦੇ ਮਹਿਮਾ ਦੇ ਵਿੱਚ ਇੱਕ ਵਾਰ ਉਚਾਰੀ ਹੈ। ਇੱਥੇ ਹੁਣ ਗੁਰੂ ਦੇ ਸਰੀਰ ਦੀ ਮਹਿਮਾ ਨਹੀਂ ਹੈ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ ਵਿੱਚ ਅਸਲ ਵਿੱਚ ਮਹਿਮਾ ਗੁਰੂ ਜੋਤ ਦੀ ਹੈ। ਜਦੋਂ ਜੋਤ ਕਿਸੇ ਵਿੱਚ ਟਿਕਦੀ, ਦੂਜੇ ਗੁਰੂ ਚ ਗਈ, ਤੀਜੇ ਚ ਗਈ, ਚੌਥੇ ਚ ਗਈ, ਪਰ ਉਹਦੀ ਵਡਿਆਈ ਜਿਹੜੀ ਹੈ ਸੱਤਾ ਬਲਵੰਡ ਲਿਖਦੇ ਨੇ, ਨਾ ਕਿ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਲਿਖੀ ਜਾਂਦੀ ਹੈ। ਤਾਂ ਇੱਥੋਂ ਇਹ ਗੱਲ ਸਾਨੂੰ ਪਤਾ ਲੱਗਦੀ ਹੈ ਕਿ ਇਹਨਾਂ ਨੇ ਪੰਜ ਗੁਰੂਆਂ ਦੀ ਮਹਿਮਾ ਜਿਹੜੀ ਸੀ, ਉਹਦੇ ਕਰਕੇ ਇੱਕ ਵਾਰ ਜਿਹੜੀ ਹੈ ਉਚਾਰਨ ਕੀਤੀ, ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਹੈ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ ਤੇ ਸਿਰਲੇਖ ਹੇਠ। ਕਈਆਂ ਦਾ ਵੀ ਖਿਆਲ ਹੈ ਕਿ ਪਹਿਲੀਆਂ ਪੰਜ ਪੌੜੀਆਂ ਬਲਵੰਡ ਦੀਆਂ ਹਨ ਤੇ 3 ਪੌੜੀਆਂ ਸੱਤੇ ਦੀਆਂ ਹਨ। ਇਹ ਵੀ ਗੱਲ ਕਈ ਵਿਦਵਾਨਾਂ ਨੇ ਲਿਖੀ ਹੈ। ਬਲਵੰਡ ਖੀਵੀ ਨੇਕ ਜਨ, ਜਿੰਨੀ ਬਹੁਤੀ ਛਾਉ ਪਤਰਾਲੀ। ਅਸੀਂ ਇਹ ਕਹਿੰਦੇ, ਬਲਵੰਡ ਜੀ ਕਹਿੰਦੇ ਨੇ ਵੀ ਖੀਵੀ ਬਹੁਤ ਹੀ ਉੱਚੀ ਅਵਸਥਾ ਵਾਲੀ ਬੀਬੀ ਹੈ, ਇਸਤਰੀ ਹੈ, ਜਿਹੜੀ ਉਸਨੇ ਪਤਰਾਲੀ ਮਤਲਬ ਖਿਲਾਰ, ਪੱਤਿਆਂ ਦੇ ਖਿਲਾਰ ਛਾਂ, ਜਿਹੜੀ ਮਤਲਬ ਸਾਰਿਆਂ ਨੂੰ ਹੀ ਨਾਲ ਲੈ ਕੇ ਲੰਗਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ। ਬਲਵੰਡ ਦਾ ਜਿਹੜਾ ਜ਼ਿਕਰ ਆਉਂਦਾ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਦਾ ਪਿਛੋਕੜ ਜਿਹੜਾ ਇੰਨਾ ਕੀ ਸਾਨੂੰ ਮਿਲਦਾ ਹੈ। ਅੱਗੇ ਅਸੀਂ ਚੱਲਦੇ ਹਾਂ ਬਲ ਰਾਜਾ, ਜਾਂ ਰਾਜਾ ਬਲ, ਜਾਂ ਬਲ ਰਾਜਾ, ਉਹਦੀ ਗੱਲ ਅਸੀਂ ਅੱਜ ਕਰਦੇ ਹਾਂ। ਬਲ ਰਾਜਾ ਭਗਤ ਪ੍ਰਹਲਾਦ ਦਾ ਪੁੱਤਰਾ ਮੰਨਿਆ ਜਾਂਦਾ ਹੈ, ਜਿਸ ਨੂੰ ਦੈਂਤਾਂ ਦੇ ਵਿੱਚ ਗਿਣਿਆ ਗਿਆ ਜਾਂਦਾ। ਇਸ ਨੇ ਤਪ ਕੀਤਾ ਤੇ ਸਾਰੇ ਦੇਵਤਿਆਂ ਨੂੰ ਸਰ ਕਰ ਲਿਆ, ਜਿੱਤ ਲਿਆ। ਫਿਰ ਇੰਦਰ ਦੀ ਪਦਵੀ ਪ੍ਰਾਪਤ ਕਰਨ ਲਈ ਇਹਨੇ ਕਿੰਨੇ ਜੰਗ ਕਰਾਏ। ਉੱਥੇ 7100 ਜਾਂ 101 ਜਾਏ, ਜਿਹਨੂੰ ਜੰਗ ਕਹਿੰਦੇ ਨੇ, ਉਹ ਜੰਗ ਕਰਾਏ। 7100 ਵੀ ਉਹਨੂੰ ਕਹਿ ਦਿੰਦੇ ਨੇ ਕਈ ਵਾਰੀ, ਪੁਰਾਣੇ ਬਜ਼ੁਰਗ ਨੂੰ 7100 ਕਹਿੰਦੇ ਹੁੰਦੇ ਸਨ, 101। ਜਦੋਂ ਉਹ ਜੰਗ ਨਿਰਵਿਘਨ ਸਮਾਪਤ ਹੋ ਗਏ ਤੇ ਅਖੀਰਲਾ ਚੱਲ ਰਿਹਾ ਸੀ, ਤਾਂ ਇੰਦਰ ਨੇ ਆਪਣਾ ਸਿੰਘਾਸਨ ਹਿਲਦਾ ਵੇਖ ਕੇ ਵਿਸ਼ਨੂੰ ਤੋਂ ਸਹਾਇਤਾ ਮੰਗੀ। ਵਿਸ਼ਨੂੰ ਨੇ ਇੰਦਰ ਦੀ ਸਹਾਇਤਾ ਲਈ ਇੱਕ ਬੋਣੇ ਜਿਹੇ ਛੋਟੇ ਜਿਹੇ ਬ੍ਰਾਹਮਣ ਦਾ ਰੂਪ ਧਾਰਨ ਕਰ ਲਿਆ ਤੇ ਬਲ ਰਾਜੇ ਦੇ ਘਰ ਦਰ ਤੇ ਜਾ ਕੇ ਆਪਣੀ ਕੁਟੀਆ ਲਈ ਇੱਕ ਥੋੜੀ ਜਿਹੀ ਥਾਂ, ਭਾਵ 2.5 ਕਰਮਾਂ ਦੀ ਥਾਂ ਮੰਗਣ ਲੱਗ ਪਿਆ। ਕਿਉਂ ਬਲ ਰਾਜਾ ਦੇ ਜਿਹੜੇ ਗੁਰੂ ਸਨ ਸ਼ੁਕਰ, ਉਹਨਾਂ ਨੂੰ ਇਹਦੇ ਭੇਖ ਤੇ ਥੋੜਾ ਜਿਹਾ ਡਾਊਟ ਹੋ ਗਿਆ, ਸ਼ੱਕ ਹੋ ਗਿਆ। ਬਲ ਰਾਜਾ ਨੂੰ ਦਾਨ ਦੇਣ ਤੋਂ ਰੋਕਿਆ, ਪਰ ਰਾਜਾ ਕਿਉਂਕਿ ਆਪਣੇ ਨੂੰ ਦਾਨੀ ਕਹਾਉਂਦਾ ਸੀ, ਰਾਜਾ ਬਲ, ਉਹਨੇ ਆਪਣੇ ਦਾਨੀ ਸੁਭਾਅ ਦੇ ਸਦਕਾ ਜਾਂ ਆਪਣੇ ਗੁਰੂ ਦਾ ਕਿਹਾ ਨਹੀਂ ਮੰਨਿਆ। ਗੁਰੂ ਦਾ ਕਿਹਾ ਵੀ ਮੋੜ ਦਿੱਤਾ। ਤੇ ਲਫ਼ਜ਼ ਅਸੀਂ ਇਹ ਗੱਲ ਕਰ ਦਈਏ ਜਿਹੜਾ ਅਸੀਂ ਰੋਜ਼ ਮੋੜਦੇ ਹਾਂ। ਤੇ ਉਹਨੇ ਬ੍ਰਾਹਮਣ ਨੂੰ ਦਾਨ ਦੀ ਜਗ੍ਹਾ ਦੇਣ ਦੀ ਹਾਂ ਕਰ ਦਿੱਤੀ। ਵਿਸ਼ਨੂੰ ਨੇ ਕਿਹਾ ਕਿ ਮੈਂ ਥਾਂ ਆਪਣੇ ਕਦਮਾਂ ਨਾਲ ਨਾਪਾਂਗਾ। ਹੁਣ ਉਹ ਵਿਸ਼ਨੂੰ ਨੇ, ਕਿਉਂਕਿ ਉਹ ਬੋਣਾ ਸੀ ਬ੍ਰਾਹਮਣ, ਉਹ ਵੀ ਸ਼ਕਤੀਆਂ ਲੈ ਕੇ ਆਇਆ ਸੀ, ਉਹਨੇ ਕਿਹਾ ਵੀ ਥਾਂ ਮੈਂ ਆਪਣੇ ਕਦਮਾਂ ਨਾਲ ਨਾਪਾਂਗਾ। ਤੇ ਜਦੋਂ ਉਹਦੀ ਗੱਲ ਮੰਨ ਲਈ, ਤਾਂ ਉਹਨੇ ਕਿਹਾ ਜਾਂਦਾ ਕਿ ਉਹਨੇ ਇੱਕ ਕਦਮ ਦੇ ਨਾਲ ਸਾਰਾ ਮਾਤ ਲੋਕ ਤੇ ਦੂਜੇ ਕਦਮ ਦੇ ਨਾਲ ਸਾਰਾ ਆਕਾਸ਼ ਲੋਕ ਜਿਹੜਾ ਸੀ ਉਹ ਵੀ ਮਿਲ ਲਿਆ। ਪਤਾ ਨਹੀਂ ਕਿੰਨੀ ਕਦਮ ਹੋਏਗਾ, ਇਹ ਤਾਂ ਲਿਖਣ ਵਾਲੇ ਜਾਂ ਕਹਾਣੀਆਂ ਕਰਨ ਵਾਲੇ ਜਾਣਦੇ ਹਨ। ਤੇ ਅੱਧੇ ਕਰਮ ਲਈ ਉਹਨੇ ਕਿਹਾ ਵੀ ਦਿੱਕਤ ਤੇਰੇ ਕੋਲ ਮੈਂ 2.5 ਕਰਮਾਂ ਦੀ ਥਾਂ ਮੰਗੀ ਹੈ, ਅਜੇ 2 ਹੋਈਆਂ ਨੇ,
ਇੱਕ 'ਚ ਧਰਤੀ ਸੀ, ਇੱਕ 'ਚ ਪਤਾਲ ਸੀ। ਇਹ ਸਾਰੇ ਤਾਂ ਮੈਨੂੰ ਤੂੰ ਦੇ ਤੇ ਬੜੀ ਮਿਹਰਬਾਨੀ ਹੈ, ਤੇ ਅੱਧਾ ਜੇ ਮੇਰਾ ਹੋਰ ਕਰਮ ਰਹਿੰਦੀ ਹੈ, ਉਹਦਾ ਵੀ ਮੈਨੂੰ ਜਗ੍ਹਾ ਚਾਹੀਦੀ ਹੈ। ਫਿਰ ਰਾਜੇ ਨੇ ਆਪਣਾ ਆਪ ਉਹਦੇ ਹਵਾਲੇ ਕਰ ਦਿੱਤਾ, ਬਲ ਰਾਜੇ ਨੇ। ਤੇ ਵਿਸ਼ਨੂੰ ਨੇ ਬਲ ਰਾਜਾ ਦੀ ਛਾਤੀ ਤੇ ਪੈਰ ਰੱਖ ਕੇ ਪਤਾਲ ਦੇ ਵਿੱਚ ਉਹਨੂੰ ਧੱਕਾ ਦਿੱਤਾ, ਕਿਹਾ ਤੂੰ ਇੱਥੋਂ ਦਾ ਰਾਜ ਸੰਭਾਲ, ਇੱਥੋਂ ਦਾ ਰਾਜ ਤੂੰ ਸੰਭਾਲ। ਬਲ ਰਾਜਾ ਨੇ ਵਿਸ਼ਨੂੰ ਦਾ ਪੈਰ ਘੁੱਟ ਕੇ ਫੜ ਲਿਆ ਤੇ ਕਿਹਾ ਹੁਣ ਤੁਹਾਨੂੰ ਵੀ ਨਾਲ ਲੈ ਕੇ ਨਾਲ ਹੀ ਰੱਖਾਂਗਾ। ਵਿਸ਼ਨੂੰ ਨੇ ਬਲ ਰਾਜੇ ਦੇ ਤਪ ਤੇ ਦਾਨ ਸਦਕਾ ਉਹਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਕਿਹਾ ਕਿ ਅਸੀਂ ਤਿੰਨੇ ਵੱਡੇ ਦੇਵਤੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ 4 ਮਹੀਨੇ ਤੇਰੇ ਦਰ ਤੇ ਪਹਿਰਾ ਦਿੰਦੇ ਰਹਾਂਗੇ। ਜਿਹੜੀ ਕਿ ਗੁਰਬਾਣੀ ਨੇ ਇਹ ਗੱਲ ਅੱਗੇ ਲਿਖੀ ਹੈ ਕਿ ਕਰੂੰ ਅਢਾਈ ਧਰਤੀ ਮੰਗੀ 52 ਰੂਪ, ਕਰੂੰ 28 ਧਰਤੀ ਮੰਗੀ 52 ਰੂਪ ਬਹਾਨਾ, ਕਿਉਂ ਪਿਆਲ ਜਾਏ ਕਿਉਂ ਚਲੀਏ ਜੇ ਜੋ ਬਲ ਰੂਪ ਪਛਾਨੈ। 1344 ਤੇ ਪ੍ਰਭਾਤੀ ਰਾਗ ਦੇ ਵਿੱਚ ਇਹ ਬੋਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਨ। 1344 ਅੰਕ ਦੇ ਉੱਤੇ ਜਿਨ੍ਹਾਂ ਦਾ ਜ਼ਿਕਰ ਵੀ ਬਲ ਰਾਜੇ ਦਾ ਉਹਦੇ ਚ ਕੀਤਾ ਗਿਆ ਹੈ। ਜਿਹੜਾ ਸ਼ਬਦ ਬੜਾ ਲੰਬਾ ਆਉਂਦਾ ਹੈ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨੋ ਪਛਤਾਇਆ। ਉਹਦੇ ਚ ਸਾਰਿਆਂ ਦੀਆਂ ਹੀ ਕਹਾਣੀਆਂ ਜਿਹੜੀਆਂ ਨੇ ਆਉਂਦੀਆਂ ਹਨ, ਜਿਹ ਚ ਤੀਜਾ ਅੰਕ ਸ਼ਬਦ ਆ ਜਿਹੜਾ ਹੈ ਉਹ ਚ ਆਉਂਦਾ ਕਰੂੰ 28 ਧਰਤੀ ਮੰਗੀ 52 ਰੂਪ ਬਹਾਨੇ, ਕਿਉਂ ਪਿਆਲ ਜਾਏ ਕਿਉਂ ਛਲੀਏ ਜੇ ਬਲ ਰੂਪ ਪਛਾਣੇ। ਜੇ ਅਸੀਂ ਇਹਦੇ ਅਰਥ ਭਾਵ ਨੂੰ ਵੀ ਸਮਝ ਲਈਏ ਤੇ ਸਾਨੂੰ ਹੋਰ ਸਮਝ ਆ ਜਾਏਗੀ ਵੀ ਗੁਰੂ ਪਾਤਸ਼ਾਹ ਜੀ ਇਹਦੇ ਚ ਕਹਿੰਦੇ ਕੀ ਨੇ। ਕੀ ਕਹਿੰਦੇ ਨੇ, ਵਿਸ਼ਨੂੰ ਨੇ ਬੌਣੇ ਬਣ ਕੇ ਬੌਣੇ ਰੂਪ ਵਿੱਚ ਆ ਕੇ ਬਹਾਨੇ ਦੇ ਨਾਲ ਰਾਜਾ ਬਲ ਪਾਸੋਂ 2.5 ਕਰਮਾਂ ਦੀ ਧਰਤੀ ਦਾਨ ਵੱਲੋਂ ਆਪਣੀ ਕੁਟੀਆ ਬਣਾਉਣ ਲਈ ਮੰਗਿਆ। ਜੋ ਬਲ ਰਾਜਾ ਬੌਣੇ ਰੂਪ ਨੂੰ ਪਛਾਣ ਲੈਂਦਾ ਤਾਂ ਨਾ ਠੱਗਿਆ ਜਾਂਦਾ ਤੇ ਨਾ ਹੀ ਉਹ ਪਤਾਲਾਂ ਵਿੱਚ ਜਾਂਦਾ। ਇੱਥੇ ਮਸਲਾ ਇਹ ਸੀ ਵੀ ਸਾਨੂੰ ਵੀ ਇਹ ਚੀਜ਼ਾਂ ਦੇ ਉੱਤੇ ਨਜ਼ਰ ਰੱਖਣੀ ਬਣਦੀ ਹੈ। ਅੱਖਾਂ ਮੀਟ ਕੇ ਕਿਸੇ ਉੱਤੇ ਇਸ ਢੰਗ ਨਾਲ ਆਮ ਵਿਸ਼ਵਾਸ ਕਰ ਲੈਣਾ ਵੀ ਕੋਈ ਵਧੀਆ ਗੱਲ ਨਹੀਂ ਹੁੰਦੀ। ਫਿਰ ਸਤਿਗੁਰੂ ਜੀ ਨੇ ਇੱਕ ਹੋਰ ਜਗ੍ਹਾ ਦੇ ਉੱਤੇ ਗੌੜੀ ਰਾਗ ਦੇ ਵਿੱਚ ਵੀ ਇਹਦਾ ਲਫ਼ਜ਼ ਵਰਤਿਆ ਹੈ। ਭਗਤ ਨਾਮਦੇਵ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਹੈ। ਇਹ ਮਾਰੂ ਰਾਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਗੌੜੀ ਰਾਗ ਦੇ ਵਿੱਚ ਇਹਦਾ ਜ਼ਿਕਰ ਕੀਤਾ ਸਾਨੂੰ ਮਿਲਦਾ ਹੈ। ਤਾਂ ਉਹਦੇ ਵਿੱਚ ਵੀ ਉਹੀ ਗੱਲ ਸਾਨੂੰ ਮਿਲਦੀ ਹੈ, ਇਹ ਵੀ ਪਰਮ ਪਿਤਾ ਪਰਮੇਸ਼ਰ ਦੀ ਨਜ਼ਰਬੰਦ ਕਬੂਲ ਕਰਨ ਦੇ ਲਈ ਜਿਹੜਾ ਗੌੜੀ ਰਾਗ ਦਾ ਹੈਗਾ, ਬਲ ਰਾਜਾ ਮਾਇਆ ਹੰਕਾਰੀ ਜਗਨ ਕਰੇ ਬੋ ਭਾਰ ਪਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ। ਵੀ ਗੁਰੂ ਦੀ ਆਗਿਆ ਜਿਹੜਾ ਨਾ ਮੰਨੇ ਉਹਦਾ ਹਾਲ ਇਹ ਹੁੰਦਾ, ਜੇ ਆਪਣੇ ਗੁਰੂ ਦੀ ਆਗਿਆ ਮੰਨ ਲੈਂਦਾ, ਆਪਣੇ ਉਸਤਾਦ ਦੀ ਆਗਿਆ ਮੰਨ ਲੈਂਦਾ, ਤਾਂ ਉਹਨੂੰ ਇਸ ਢੰਗ ਦੇ ਨਾਲ ਨਾ ਡਿੱਗਣਾ ਪੈਂਦਾ ਤੇ ਨਾ ਹੀ ਇਸ ਢੰਗ ਦੇ ਨਾਲ ਉਹਨੂੰ ਇਸ ਸੰਸਾਰ ਤੋਂ ਜਾਂ ਇਸ ਸੰਸਾਰ ਤੋਂ ਧੱਕੇ ਪੈ ਕੇ ਪਿਆਲ ਦੇ ਵਿੱਚ ਪਤਾਲਾਂ ਦੇ ਵਿੱਚ ਸੁੱਟਿਆ ਜਾਂਦਾ। ਇਹ ਸਾਰੀ ਕਹਾਣੀ ਜਿਹੜੀ ਹੈ ਉਹ ਹੋਈ ਹੈ। ਤੇ ਜਿਹੜੀ ਭਗਤ ਨਾਮ ਜੀ ਨੇ ਗੱਲ ਕੀਤੀ, ਉਹ ਕਹਿੰਦੇ ਨਾਮਾ ਕਹੇ ਭਗਤ ਬਸ ਕੇਸ਼ਵ, ਅਜਹੂ ਬਲ ਕੇ ਦਵਾਰ ਖਰੋ। ਭਗਤ ਨਾਮਦੇਵ ਜੀ ਨੇ ਜਿਹੜਾ ਇਹ ਸ਼ਬਦ ਲਿਖਿਆ ਹੈ ਉਹਦੇ ਵਿੱਚ ਇਹਦਾ ਵੀ ਜ਼ਿਕਰ ਜਿਹੜਾ ਹੈ ਇਹ ਕੀਤਾ ਹੈ। ਤਾਂ ਇਹ ਜੋ ਚੀਜ਼ਾਂ ਸਾਨੂੰ ਮਿਲਦੀਆਂ ਹਨ, ਇਹਨਾਂ ਚੀਜ਼ਾਂ ਤੋਂ ਸਾਨੂੰ ਕੁਝ ਚੀਜ਼ਾਂ ਸਿੱਖਣ ਦੀ ਲੋੜ ਹੁੰਦੀ ਹੈ ਵੀ ਅਸੀਂ ਜ਼ਿੰਦਗੀ ਕਿਵੇਂ ਜਿਉਣੀ ਹੈ। ਇਹ ਕਹਾਣੀਆਂ ਤਾਂ ਇਦਾਂ ਹੀ ਚੱਲਦੀਆਂ ਰਹਿਣਗੀਆਂ, ਕਹਾਣੀਆਂ ਤਾਂ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਹੈ। ਜਿਹੜਾ ਸ਼ਬਦ ਆਉਂਦਾ ਹੈ ਨਾ, ਇੱਕ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮਦੇਵ ਜੀ ਦੇ ਵਿੱਚ ਸਰਲੇਖ ਵਿੱਚ ਹੁੰਦਾ ਹੈ ਵੀ ਨਾਮਦੇਵ ਜੀ ਦੀ ਬਾਣੀ ਦੇ ਵਿੱਚ ਕਬੀਰ ਜੀ ਦਾ ਸ਼ਬਦ ਆਉਂਦਾ ਹੈ, ਚਾਰੇ ਮੁਕਤ ਚਾਰੇ ਸਿੱਧ ਮਿਲ ਕੇ ਦੁਲੋ ਪ੍ਰਭ ਕੀ ਸ਼ਰਨ ਪਰਿਓ, ਮੁਕਤ ਪਿਓ ਚ ਹੂੰ ਜੁਗ ਜਾਣਿਓ। ਇਸ ਸ਼ਬਦ ਦੇ ਅੰਦਰ ਜਾ ਕੇ ਅਮਰੀਕ ਕੋ ਦਿਓ ਅਬੇ ਪਦ ਰਾਜ ਭਵੀਖਨ ਅਧ ਕਰਿਓ ਦੇ ਉਹ ਸਾਰਾ ਉਹਦਾ ਜ਼ਿਕਰ ਜਿਹੜਾ ਹੈ ਅੱਗੇ ਜਾ ਕੇ ਆਉਂਦਾ। ਉਹਦੇ ਚ ਹੀ ਬੈਲ ਦਾ ਜ਼ਿਕਰ ਜਿਹੜਾ ਅੱਗੇ ਕੀਤਾ ਗਿਆ ਹੈ, ਉਸ ਸ਼ਬਦ ਦੇ ਵਿੱਚ ਹੀ ਉਹਦਾ ਜ਼ਿਕਰ ਜਿਹੜਾ ਹੈ ਉਹ ਆਉਂਦਾ ਹੈ। ਤੋ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਗੁਰੂ ਜੀ ਨੇ ਸਾਨੂੰ ਪਰਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਨ ਦੀ ਗੱਲ ਕੀਤੀ, ਨਾ ਕਿ ਸਾਨੂੰ ਇਹਨਾਂ ਕਹਾਣੀਆਂ ਵਿੱਚ ਗੱਲ ਦੀ ਜੜੀ ਗੱਲ ਕੀਤੀ। ਇੱਕ ਸ਼ਬਦ ਅਸੀਂ ਹੋਰ ਕਰਦੇ ਹਾਂ, ਬਾਬਰ ਲੱਭੋ, ਛੋਟਾ ਜਿਹਾ ਸ਼ਬਦ ਹੈ ਬਾਬਰ ਦਾ ਜ਼ਿਕਰ ਕੀ ਆਉਂਦਾ ਗੁਰੂ ਗ੍ਰੰਥ ਸਾਹਿਬ, ਬਾਬਰ ਬਾਣੀ ਫਿਰ ਗਈ, ਇਹ ਕੁੰਵਰ ਨਾ ਰੋਟੀ ਖਾਏ, ਆਸਾ ਰਾਗ ਦਾ ਜਿਹੜਾ ਸ਼ਬਦ ਗੁਰੂ ਸਾਹਿਬ ਜੀ ਦਾ ਹੈ, ਉਹਦੇ ਵਿੱਚ ਇਹਦਾ ਪੂਰਾ ਨਾਮ ਜ਼ਹੀਰੁੱਦੀਨ ਮੁਹੰਮਦ ਬਾਬਰ ਸੀ।
ਆਮ ਤੌਰ ਤੇ ਇਹਨੂੰ ਬਾਬਰੀ ਕਿਹਾ ਜਾਂਦਾ, ਬਾਬਰ ਤੋਂ ਜਾਬਰ ਹੈ। ਇਹਦਾ ਪੂਰਾ ਨਾਮ ਸੀ ਜ਼ਹੂਰ ਉਦੀਨ ਮੁਹੰਮਦ ਬਾਬਰ, ਜਿਹੜਾ 1483 ਤੋਂ ਲੈ ਕੇ 1530 ਤੱਕ ਇਸ ਧਰਤੀ ਦੀ ਯਾਤਰਾ ਕਰਦਾ ਹੈ। ਤੈਮੂਰ ਦੀ 6ਵੀਂ ਪੀੜ੍ਹੀ ਵਿੱਚੋਂ ਇਹ ਮੁਗਲ ਦਾ ਮੋਢੀ ਬਾਦਸ਼ਾਹ ਸੀ, ਜੋ ਕਿ ਇਹ ਤੁਰਕਿਸਤਾਨ ਦਾ ਜੰਮਪਲ ਤੇ ਚੰਗਾ ਵਧੀਆ ਫੌਜੀ ਜਰਨੈਲ ਸੀ। ਇਹਨੇ ਪਹਿਲਾਂ ਕਾਬਲ 1504 ਦੇ ਵਿੱਚ ਜਿੱਤਿਆ, ਕਾਬਲ ਤੇ ਕਬਜ਼ਾ ਕੀਤਾ। ਫਿਰ ਹਿੰਦੁਸਤਾਨ ਦੇ ਜਿੱਤਣ ਦੀ ਇਹਨੇ ਸਕੀਮ ਬਣਾਈ। ਭਾਰਤ ਉੱਤੇ ਨੇ 4 ਹਮਲੇ ਕੀਤੇ ਤੇ ਆਖਰੀ ਹਮਲੇ ਸਮੇਂ ਇਬਰਾਹਿਮ ਲੋਧੀ ਨੂੰ ਹਰਾ ਕੇ ਸਨ 1526 ਵਿੱਚ ਦਿੱਲੀ ਦਾ ਤਖਤ ਇਹਨੇ ਸੰਭਾਲਿਆ ਤੇ ਮੁਗਲ ਰਾਜ ਦੀ ਨੀਂਹ ਜਿਹੜੀ ਸੀ ਉਹ ਇੱਥੇ ਰੱਖ ਦਿੱਤੀ। ਸਨ 1521 ਵਿੱਚ ਕੀਤੇ ਹਮਲੇ ਸਮੇਂ ਇਸ ਦੀ ਫੌਜ ਨੇ ਅਹਿਮਦਾਬਾਦ ਸੈਦਪੁਰ ਨਗਰ ਦਾ ਬਹੁਤ ਬੁਰਾ ਹਾਲ ਕੀਤਾ, ਜਿਸ ਵਿੱਚ ਗਰੀਬ ਜਨਤਾ ਉੱਤੇ ਸਖਤ ਅਤਿਆਚਾਰ ਹੋਏ। ਗੁਰੂ ਨਾਨਕ ਸਾਹਿਬ ਇਸ ਸਮੇਂ ਉੱਥੇ ਹੀ ਸਨ ਤੇ ਉਹਨਾਂ ਇਸ ਜ਼ਬਰ ਜ਼ੁਲਮ ਕਾਰਨ ਹੋਈ ਦੁਰਦਸ਼ਾ ਦਾ ਆਪਣੇ ਅੱਖੀ ਡਿੱਠੇ ਜਿਹੜੇ ਹਾਲ ਹਨ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤਾ ਹੈ। 2 ਸ਼ਬਦ ਹਨ ਜਿਹੜੇ ਕਲਮਬੰਦ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਜਿੱਥੇ ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ। ਵੈਸੇ ਕੋਲ ਬਾਬਰ ਬਾਣੀ ਸਿਰਲੇਖ ਦੇ 4 ਸ਼ਬਦ ਜਿਹੜੇ ਹਨ ਬਾਬਰ ਦੇ ਨਾਲ ਉਹ ਮੰਨੇ ਜਾਂਦੇ ਹਨ। ਬਾਬਰ ਬਾਣੀ ਦਾ ਅਰਥ ਹੈ ਬਾਬਰ ਦੀ ਧੱਕੇਸ਼ਾਹੀ। ਕਿਸੇ ਨੂੰ ਰੋਟੀ ਦੀ ਬੁਰਕੀ ਤੱਕ ਜਿਹੜੀ ਹੈ ਨਸੀਬ ਨਹੀਂ ਹੋਈ ਜਦੋਂ ਬਾਬਰ ਨੇ ਧੱਕੇਸ਼ਾਹੀ ਕੀਤੀ। ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ। ਜਿਹੜਾ ਅਸੀਂ ਪੜ੍ਹਦੇ ਹਾਂ, ਜਿਨਸਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇਸੁਰ ਕਾਤੀ ਮੁਨੀਨ ਗੱਲ ਵਿੱਚ ਆਵੇ ਤੂਰ, ਮਹਿਲਾਂ ਅੰਦਰ ਹੁੰਦੀਆਂ ਨੂੰ ਬਹਿਣ ਨਾ ਮਿਲਣ ਹਦੂਰ। ਇਹ ਸ਼ਬਦ ਸਾਰਿਆਂ ਦੇ ਵਿੱਚ ਹੀ ਉਸ ਹਮਲੇ ਦਾ ਜ਼ਿਕਰ ਕੀਤਾ ਗਿਆ ਤੇ ਔਰ ਉਹਦੀ ਧੱਕੇਸ਼ਾਹੀ, ਉਹਦੀ ਜ਼ਬਰਦਸਤੀ ਦਾ ਜ਼ਿਕਰ ਕੀਤਾ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਜਿਹੜੇ ਸ਼ਬਦ ਲਿਖੇ, ਉਚਾਰਨ ਕੀਤੇ, ਉਹਨਾਂ ਦਾ ਜਿਹੜਾ ਜ਼ਿਕਰ ਹੈ ਉਹ ਸਾਡੇ ਨਾਲ ਇਹ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਬਾਣੀ ਸਿਰਲੇਖ ਨਹੀਂ ਹੈ ਬਾਬਰ ਬਾਣੀ ਕਿਤੇ ਵੀ ਸਿਰਫ ਬਾਬਰ ਦੇ ਹਮਲੇ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਨੂੰ ਬਾਬਰ ਬਾਣੀ ਦੇ ਸ਼ਬਦ ਕਹਿ ਦਿੱਤਾ ਜਾਂਦਾ ਹੈ। ਬਾਬਰ ਦਾ ਤਾਂ ਇਹ ਤੈਮੂਰ ਖਾਨਦਾਨ ਦੇ ਵਿੱਚੋਂ 6ਵੀਂ ਪੌੜੀ ਦੇ ਵਿੱਚੋਂ ਤੇ ਮੁਗਲ ਰਾਜ ਦਾ ਮੋਢੀ ਬਾਦਸ਼ਾਹ ਸੀ, ਜਿਹਨੇ ਮੁਗਲ ਰਾਜ ਦੀ ਨੀਂਹ ਜਿਹੜੀ ਹੈ ਉਹ ਭਾਰਤ ਦੇ ਵਿੱਚ ਰੱਖੀ ਔਰ ਜਿਹੜਾ ਅੱਗੇ ਔਰੰਗਜ਼ੇਬ ਤੱਕ ਇਹ ਰਾਜ ਦੀ ਨੀਂਹ ਜਿਹੜੀ ਸੀ ਇਹ ਚੱਲਦੀ ਰਹੀ ਔਰ ਤੁਰਦੀ ਰਹੀ। ਇਹ ਜਿਹੜਾ ਸੀ ਅੱਗੇ ਚੱਲਦਾ ਰਿਹਾ। ਅੱਜ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਫਿਰ ਅੱਗੋਂ ਜਿਹੜੇ ਅੱਖਰ ਬ੍ਰਹਮ ਗਿਆਨੀ, ਬਬੀਹਾ, ਹੋਰ ਬਹੁਤ ਸਾਰੇ ਸ਼ਬਦ ਹਨ ਬੱਬੇ ਤੋਂ ਜਿਹੜੇ ਸ਼ੁਰੂ ਹੁੰਦੇ ਨੇ, ਉਹਨਾਂ ਦੀ ਵਿਚਾਰ ਅਸੀਂ ਫਿਰ ਅਗਲੇ ਹਫ਼ਤੇ ਆਪ ਜੀ ਨਾਲ ਸਾਂਝੀ ਕਰਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ ਮਾਫੀ ਮੰਗਦਾ ਹਾਂ ਜੀ। ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ Recording ਬੰਦ